ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ SMC USA ਕਲਾਸ ਵਿੱਚ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਾਧ ਸੰਗਤ ਜੀ, ਹਰ ਵੀਰਵਾਰ ਇਤਿਹਾਸ ਦਾ ਕੋਈ ਨਾ ਕੋਈ ਪੰਨਾ ਫਲੋਰਿਆ ਜਾਂਦਾ ਔਰ ਪਿਛਲੇ 3 ਹਫ਼ਤੇ ਲਗਾਤਾਰ ਸਾਧ ਤੇਜਿੰਦਰ ਸਿੰਘ ਜੀ ਨੇ ਸਾਨੂੰ ਜ਼ਿੰਦਾ ਸ਼ਹੀਦ ਸਾਧ ਤਖਤ ਸਿੰਘ ਜੀ ਜੀਵਨ ਬਾਰੇ ਦੱਸਿਆ। ਤੋ ਅੱਜ ਜਿਹੜੀ ਜੀਵਨੀ ਲੈ ਰਹੇ ਸੰਗਤ ਜੀ, ਜਿਨ੍ਹਾਂ ਮਹਾਂਪੁਰਖਾਂ ਦਾ ਬਹੁਤ ਯੋਗਦਾਨ ਹੈ ਤੇ ਸਾਡੇ ਮੱਤ ਨੂੰ ਪ੍ਰਫੁੱਲਤ ਕਰਨ ਵਿੱਚ ਔਰ ਗਾਇਬ ਗਾਏ ਇੱਥੋਂ ਤੱਕ ਕਿ ਆਪਣੀ ਕੁਰਬਾਨੀਆਂ ਦੇਣ ਤੱਕ ਵੀ ਉਹਨਾਂ ਨੇ ਕੀਤਾ। ਤੋ ਇੱਕ ਐਸੀ ਸ਼ਖਸੀਅਤ ਹੈ ਸਾਧ ਤੇਜਾ ਸਿੰਘ ਸਮੁੰਦਰੀ, ਜਿਨ੍ਹਾਂ ਦਾ ਨਾਮ ਆਪਾਂ ਸਾਰੇ ਸੁਣਦੇ ਹਾਂ ਕਿਉਂਕਿ ਉਹਨਾਂ ਦੇ ਨਾਮ ਤੇ ਤੇਜਾ ਸਿੰਘ ਸਮੁੰਦਰੀ ਹਾਲ ਜਦ ਵੀ ਆਪਾਂ ਅੰਮ੍ਰਿਤਸਰ ਸਾਹਿਬ ਜਾਂਦੇ ਹਾਂ ਤੇ ਦੇਖਦੇ ਹਾਂ। ਤੋ ਉਹਨਾਂ ਦੀ ਕੀ ਘਾਲਣਾ ਸੀ, ਕੌਣ ਸਨ, ਉਹਨਾਂ ਦੇ ਜੀਵਨ ਦੇ ਬਿਰਤਾਂਤ ਬਾਰੇ ਅੱਜ ਸਾਡੇ ਨਾਲ ਸਾਂਝ ਕਰਨਗੇ ਸਾਧ ਤੇਜਿੰਦਰ ਸਿੰਘ ਜੀ। ਤੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰੋ ਤੇ ਤੇਜਾ ਸਿੰਘ ਜੀ ਸਮੁੰਦਰੀ ਇਹਨਾਂ ਦੇ ਜੀਵਨ ਬਾਰੇ, ਕਿਉਂਕਿ ਐਸੇ ਬਹੁਤ ਸਾਰੀਆਂ ਐਸੀਆਂ ਵਿਅਕਤੀ ਵੀ ਨੇ ਜਿਨ੍ਹਾਂ ਨੇ ਸਾਡੇ ਕੌਮ 'ਚ ਬੜਾ ਯੋਗਦਾਨ ਪਾਇਆ, ਪਰੰਤੂ ਉਹਨਾਂ ਦੇ ਬਾਰੇ ਸਾਡੇ ਕੋਲ ਡਿਟੇਲਸ ਨਹੀਂ ਨੇ, ਸਿਰਫ ਨਾਂ ਹੀ ਸੁਣਿਆ। ਤੋ ਅੱਜ ਆਪਾਂ ਇਹਨਾਂ ਕੋਲ ਡਿਟੇਲ ਵੀ ਸੁਣਾਂਗੇ ਕਿਉਂਕਿ ਬਹੁਤ ਸਾਰੀ, ਇਹ ਨਹੀਂ ਕਿ ਸਾਰਿਆਂ ਨੇ ਨਹੀਂ ਸੁਣਿਆ, ਬੜਿਆਂ ਨੂੰ ਤੇ ਪਤਾ ਹੋਏਗਾ ਪਰੰਤੂ ਮੇਰੇ ਵਰਗਿਆਂ ਨੂੰ ਬਹੁਤਾ ਨਹੀਂ ਪਤਾ। ਤੋ ਉਹ ਸਾਨੂੰ ਅੱਜ ਇਹ ਦੱਸਣਗੇ ਵੀਰ ਤੇਜਿੰਦਰ ਸਿੰਘ ਜੀ। ਤੇ ਆਓ ਜੀ ਆਪਾਂ ਉਹਨਾਂ ਪਾਸ ਸਰਵਣ ਕਰਦੇ ਹਾਂ। ਸਾਧ ਤੇਜਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਗੁਰਮਤਿ ਕਲਾਸ USA ਦੇ ਵਿੱਚ ਦੇਸ਼ ਪ੍ਰਦੇਸ਼ ਤੋਂ ਜੁੜੇ ਹੋਏ ਵੀਰ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਦੋ ਹੱਥ ਜੋੜ ਕਰਕੇ ਅੱਜ ਦੇ ਵਿਸ਼ੇ ਨੂੰ ਆਰੰਭ ਕਰਨ ਦੀ ਆਪ ਪਾਸੋਂ ਅਸੀਸ ਮੰਗਦਾ ਹਾਂ। ਆਓ ਅੱਜ ਜਿਸ ਮਹਾਨ ਵਿਅਕਤੀ ਦੇ ਬਾਰੇ, ਗੁਰਸਿੱਖ ਬਾਰੇ ਅਸੀਂ ਵਿਚਾਰ ਕਰਨੀ ਹੈ, ਉਹ ਸਿੱਖ ਪੰਥ ਦੇ ਵਿੱਚ ਬੜੀ ਹੀ ਨਿਵੇਕਲੀ ਥਾਂ ਰੱਖਦੇ ਹਨ ਔਰ ਬੜੇ ਉੱਚੇ ਪੱਧਰ ਦੇ ਉਹ ਕੁਲਾਟੀ ਸਨ। ਮੇਰੀ ਮੁਰਾਦ ਸਰਦਾਰ ਤੇਜਾ ਸਿੰਘ ਜੀ ਸਮੁੰਦਰੀ ਬਾਰੇ ਹੈ। ਮੇਰੀ ਮੁਰਾਦ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਬਾਰੇ ਹੈ। ਉਹ ਐਸੇ ਵਿਅਕਤੀ ਹਨ ਜਿਨ੍ਹਾਂ ਨੇ ਬੜੀ ਮਜ਼ਬੂਤੀ ਦੇ ਨਾਲ ਸਿੱਖ ਜਿਹੜੇ ਅਫੇਅਰ ਸਨ ਉਹਨਾਂ ਨੂੰ ਹੈਂਡਲ ਕੀਤਾ ਔਰ ਬੜੀ ਖੂਬਸੂਰਤੀ ਦੇ ਨਾਲ ਉਸ ਵੇਲੇ ਦੇ ਜਿਹੜੇ ਰਾਜ ਪ੍ਰਬੰਧ ਸਨ ਉਹਨਾਂ ਕੋਲੋਂ ਜਿਹੜੇ ਹੈ ਸਿੱਖ ਸਿਧਾਂਤਾਂ ਦੇ ਬਾਰੇ ਆਪਣੀਆਂ ਗੱਲਾਂ ਮਨਵਾਈਆਂ ਔਰ ਕਈ ਜਿਹੜੇ ਉਸ ਵੇਲੇ ਮੋਰਚੇ ਲੱਗੇ ਉਹਨਾਂ ਵਿੱਚ ਵੀ ਆਪ ਜੀ ਦੀ ਜਿਹੜੀ ਗਾਈਡੈਂਸ ਹੈ, ਆਪ ਜੀ ਦੀ ਸ਼ਮੂਲੀਅਤ ਹੈ, ਉਹ ਬਹੁਤ ਹੀ ਪੱਕੇ ਪਾਏ ਦੀ ਹੈ। ਤੋ ਆਓ ਥੋੜੀ ਜੀ ਉਸ ਦੇ ਬਾਰੇ ਅਸੀਂ ਜਾਣਕਾਰੀ ਪਹਿਲਾਂ ਲੈਂਦੇ ਹਾਂ ਕਿ ਉਸ ਵੇਲੇ ਦੇ ਹਾਲਾਤ ਕੀ ਸਨ। ਪੰਜਾਬ ਵਿੱਚ ਸਿੱਖ ਰਾਜ ਦੇ ਪਤਨ ਤੋਂ ਬਾਅਦ ਗੁਰਦੁਆਰੇ ਦਾ ਪ੍ਰਬੰਧ ਮਹੰਤਾਂ ਦੇ ਹੱਥ 'ਚ ਆ ਗਿਆ ਸੀ, ਜਿਨ੍ਹਾਂ ਨੂੰ ਅੰਗਰੇਜ਼ ਹਕੂਮਤ ਵੱਲੋਂ ਨਿਯੁਕਤ ਕੀਤਾ ਜਾਂਦਾ ਸੀ। ਸਿੱਖ ਰਾਜ ਵੇਲੇ ਖਾਲਸਾ ਸਰਕਾਰ ਦੁਆਰਾ ਦਿੱਤੀ ਜਾਂਦੀ ਭੇਟਾ ਅਤੇ ਸਿੱਖ ਸੰਗਤ ਦੁਆਰਾ ਚੜਾਏ ਜਾਂਦੇ ਚੜਾਵੇ ਸਦਕਾ ਇਹਨਾਂ ਗੁਰਦੁਆਰਿਆਂ ਕੋਲ ਭਾਰੀ ਚੱਲ ਤੇ ਅਚਲ ਜਾਇਦਾਦ ਅਤੇ ਮਹੰਤਾਂ ਦੀ ਨਿਗਾਹ ਗੁਰੂ ਧਾਮਾਂ ਦੀ ਮਾਇਆ ਤੇ ਟਿਕੀ ਹੋਈ ਸੀ। ਅੰਗਰੇਜ਼ ਹਕੂਮਤ ਦਾ ਥਾਪੜਾ ਪਾ ਕੇ ਮਹੰਤ ਗੁਰਦੁਆਰਿਆਂ ਦੇ ਕਾਨੂੰਨੀ ਮਾਲਕਾਂ ਵਜੋਂ ਵਿਚਰਨ ਲੱਗ ਪਏ ਸਨ ਅਤੇ ਇਹ ਗੱਲ ਸਾਹਮਣੇ ਆਈ ਕਿ ਔਸਤਨ ਮਹੰਤ ਦਾ ਰਹਿਣ ਸਹਿਣ ਕਿਸੇ ਖੱਬੀ ਖਾਨ ਤੇ ਭ੍ਰਿਸ਼ਟ ਜਗੀਰਦਾਰ ਦੇ ਬਰਾਬਰ ਹੁੰਦਾ ਸੀ। ਇਸ ਪਿਛੋਕੜ ਵਿੱਚ ਸਿੱਖ ਭਾਈਚਾਰੇ ਅੰਦਰ ਗੁਰਬਾਣੀ ਦੇ ਆਸ਼ੇ ਦੇ ਦਾਇਰੇ ਹੇਠ ਗੁਰਦੁਆਰਾ ਸੁਧਾਰ ਲਹਿਰ 1920 ਸ਼ੁਰੂ ਹੋਈ। ਇਹ ਸਿੱਖ ਭਾਈਚਾਰੇ ਦੀ ਇੱਕ ਲੋਕ ਲਹਿਰ ਸੀ
ਜਦੋਂ ਕਿ ਹਕੂਮਤ ਪੱਖੀ ਸਿੱਖ ਕੁਲੀਨ ਵਰਗ ਦੀ ਨੁਮਾਇੰਦਗੀ ਕਰਨ ਵਾਲਾ ਚੀਫ ਖਾਲਸਾ ਦੀਵਾਨ ਆਪਣੇ ਬਸਤੀਵਾਦੀ ਹਾਕਮਾਂ ਨੂੰ ਖੁਸ਼ ਰੱਖਣ ਲਈ ਆਮ ਤੌਰ ਤੇ ਮਹੰਤ ਪ੍ਰਥਾ ਦੇ ਵਿਰੁੱਧ ਨਹੀਂ ਭੁਗਤਿਆ। ਲਿਹਾਜ਼ਾ ਇਹ ਤੈਅ ਕੀਤਾ ਗਿਆ ਕਿ ਅੰਗਰੇਜ਼ ਹਕੂਮਤ ਕਿੰਨਾ ਵੀ ਜ਼ਬਰ ਕਰਕੇ ਸਿੱਖ ਆਵਾਮ ਨੂੰ ਭੜਕਾਉਣ ਦੀ ਕੋਸ਼ਿਸ਼ ਕਰੇ, ਪਰ ਮਹੰਤਾਂ ਨਾਲ ਟੱਕਰ ਲੈਣ ਸਮੇਂ ਅੰਦੋਲਨ ਹਰ ਸੂਰਤ ਵਿੱਚ ਸ਼ਾਂਤਮਈ ਅਤੇ ਹੰਸਿਕ ਰੱਖਿਆ ਜਾਏ। ਇਸ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਬੇਮਿਸਾਲ ਇਨਕਲਾਬ ਦੀ ਮਿਸਾਲ ਬਣੀ, ਜਿਸ ਨੇ ਬਸਤੀਵਾਦੀ ਹਿੰਦੁਸਤਾਨ ਅੰਦਰ ਸਿੱਖਾਂ ਬਾਰੇ ਚਲੀਆਂ ਆ ਰਹੀਆਂ ਬਹੁਤ ਸਾਰੀਆਂ ਧਾਰਨਾਵਾਂ ਨੂੰ ਬਦਲ ਦਿੱਤਾ। ਉਸ ਸਮਿਆਂ ਦੌਰਾਨ ਫੌਜ ਵਿੱਚ ਸਿੱਖਾਂ ਦੀ ਜਿਹੜੀ ਗਿਣਤੀ ਦਾ ਅਨੁਪਾਤ ਬਹੁਤ ਜ਼ਿਆਦਾ ਸੀ ਅਤੇ ਕੁਝ ਦੂਜੇ ਤਬਕੇ ਸਿੱਖਾਂ ਨੂੰ ਅੰਗਰੇਜ਼ ਭਗਤ ਦੇ ਰੂਪ ਵਿੱਚ ਦੇਖਦੇ ਸਨ। ਜਦੋਂ ਸਿੱਖ ਸ਼ਾਂਤਮਈ ਅੰਦੋਲਨ ਰਾਹੀਂ ਆਪਣੇ ਗੁਰੂ ਧਾਮਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਵਿੱਚ ਸਫਲ ਹੋ ਗਏ, ਤਾਂ ਇਹਨਾਂ ਦੇ ਪ੍ਰਬੰਧ ਲਈ ਸਿੱਖਾਂ ਦੀ ਪ੍ਰਤੀਨਿਧ ਇੱਕ ਨਵੀਂ ਸੰਸਥਾ ਦਾ ਜਨਮ ਹੋਇਆ। ਮਹਾਤਮਾ ਗਾਂਧੀ ਨੇ ਲਹਿਰ ਦੀ ਕਾਮਯਾਬੀ ਦੀ ਮੁਬਾਰਕਬਾਦ ਦਿੰਦੇ ਆਖਿਆ ਸੀ, ਔਰ ਮੈਂ ਕੋਟ ਕਰਦਾ, ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈਗੀ। ਗੁਰਦੁਆਰਾ ਸੁਧਾਰ ਲਹਿਰ ਦੀ ਕਾਮਯਾਬੀ ਤੋਂ ਪ੍ਰੇਰਿਤ ਹੋ ਕੇ 1930 ਵਿੱਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਇੰਡੀਅਨ ਨੈਸ਼ਨਲ ਕਾਂਗਰਸ ਨੇ ਸਾਲਟ ਜਿਹੜੀ ਹੈ ਮੂਵਮੈਂਟ ਜਿਹੜੀ ਚਲਾਈ, ਜਿਹਨੂੰ ਨਮਕ ਸੱਤਿਆਗ੍ਰਹਿ ਵੀ ਕਹਿੰਦੇ ਨੇ, ਉਹਦੀ ਸ਼ੁਰੂਆਤ ਕੀਤੀ। ਇਹ ਬੜੀ ਮਾਣ ਵਾਲੀ ਗੱਲ ਹੈ ਕਿ ਮਹਾਤਮਾ ਗਾਂਧੀ ਦੀ ਉਹ ਲਹਿਰ ਜਿਹੜੀ ਸੀ, ਜਿਸ ਨੂੰ ਸਾਲਟ ਮੂਵਮੈਂਟ ਕਹਿੰਦੇ ਨੇ, ਉਹਦੇ ਪਿਛੋਕੜ ਦੇ ਵਿੱਚ ਜੋ ਬੇਮਿਸਾਲ ਮੋਰਚਿਆਂ ਦੇ ਅੰਦਰ ਕਾਮਯਾਬੀ ਪਾਈ ਸਿੱਖਾਂ ਨੇ, ਉਹਦੀ ਜਿਹੜੀ ਕਾਮਯਾਬੀ ਔਰ ਜੋ ਸੋਚ ਸੀ ਉਸਨੇ ਕੰਮ ਕੀਤਾ। ਕਿਉਂਕਿ ਸਿੱਖਾਂ ਨੇ ਅਹਿੰਸਕ ਰਹਿ ਕਰਕੇ ਔਰ ਬੜੀ ਦ੍ਰਿੜਤਾ ਦੇ ਨਾਲ ਆਪਣੇ ਇਤਿਹਾਸ ਨੂੰ ਸਾਹਮਣੇ ਰੱਖ ਕੇ ਉਹਨਾਂ ਮੋਰਚਿਆਂ ਦੇ ਵਿੱਚ ਜਿਹੜੇ ਹਨ ਉਹ ਡਟੇ ਤੇ ਸਫਲਤਾ ਪ੍ਰਾਪਤ ਕੀਤੀ। ਗੁਰਦੁਆਰਾ ਸੁਧਾਰ ਲਹਿਰ ਵਿੱਚ ਬੇਮਿਸਾਲ ਯੋਗਦਾਨ ਪਾਉਣ ਵਾਲੇ ਹਜ਼ਾਰਾਂ ਸਿੱਖਾਂ ਵਿੱਚੋਂ ਇੱਕ ਸਰਦਾਰ ਤੇਜਾ ਸਿੰਘ ਸਮੁੰਦਰੀ ਵੀ ਸਨ, ਜਿਨ੍ਹਾਂ ਇਸ ਕੰਮ ਦੀ ਖਾਤਰ, ਇਸ ਮੋਰਚੇ ਦੀ ਖਾਤਰ 1926 ਵਿੱਚ 44 ਸਾਲਾਂ ਦੀ ਉਮਰ ਵਿੱਚ ਹੀ ਆਪਣੇ ਪ੍ਰਾਣ ਤਿਆਗ ਦਿੱਤੇ, ਪਰ ਅੰਗਰੇਜ਼ ਹਕੂਮਤ ਦੀ ਈਨ ਨਾ ਮੰਨੀ। ਇਹ ਕੀ ਕਾਰਨ ਸਨ, ਉਸ ਬਾਰੇ ਥੋੜਾ ਬਾਅਦ ਵਿੱਚ ਮੈਂ ਆਪ ਜੀ ਦੇ ਨਾਲ ਵਿਚਾਰ ਕਰਾਂਗਾ। 1936 ਵਿੱਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਉਹਨਾਂ ਦੀ ਯਾਦ ਵਿੱਚ ਇੱਕ ਹਾਲ ਦਾ ਨਿਰਮਾਣ ਕੀਤਾ ਗਿਆ, ਜਿਸ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਕਹਿੰਦੇ ਹਨ, ਔਰ ਇਹਦੇ ਅੰਦਰ ਮੌਜੂਦਾ ਸਮੇਂ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈੱਡਕੁਆਟਰ ਹੈ। ਤੇਜਾ ਸਿੰਘ ਸਮੁੰਦਰੀ ਦਾ ਜਨਮ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਾਏ ਬੁਰਜ, ਜਿਹਨੂੰ ਸਰਹਾਲੀ ਕਹਿੰਦੇ ਹਨ, ਵਿੱਚ ਹੋਇਆ। ਉਹਨਾਂ ਦਾ ਪਰਿਵਾਰ ਲਹਿੰਦੇ ਪੰਜਾਬ ਦੇ ਲਾਇਲਪੁਰ ਜ਼ਿਲ੍ਹੇ ਦੀ ਸਮੁੰਦਰੀ ਤਹਿਸੀਲ ਵਿੱਚ ਕਈ ਮੁਰੱਬੇ ਜ਼ਮੀਨ ਦਾ ਮਾਲਕ ਸੀ, ਜਿਸ ਕਰਕੇ ਸਮੁੰਦਰੀ ਉਹਨਾਂ ਦਾ ਪਰਿਵਾਰਕ ਤਖੱਲਸ ਬਣ ਗਿਆ। ਆਪ ਜੀ ਦੇ ਪਿਤਾ ਜੀ ਸਰਦਾਰ ਦੇਵਾ ਸਿੰਘ ਜੀ ਔਰ ਆਪ ਜੀ ਦੀ ਮਾਤਾ ਨੰਦ ਕੌਰ ਜੀ ਸਨ, ਤੇ ਤੇਜਾ ਸਿੰਘ ਜੀ ਦੀ, ਦੇਵਾ ਸਿੰਘ ਜੀ ਦੀ ਤਰ੍ਹਾਂ ਹੀ ਆਪਣੇ ਪਿਤਾ ਜੀ ਦੀ ਤਰ੍ਹਾਂ ਵੀ ਤੇਜਾ ਸਿੰਘ ਸਮੁੰਦਰੀ ਨੇ ਵੀ ਫੌਜ ਦੀ ਸੇਵਾ ਨਿਭਾਈ। 1911 ਵਿੱਚ ਉਹਨਾਂ ਦਾ ਤਬਾਦਲਾ ਕਲਕੱਤੇ ਤੋਂ ਦਿੱਲੀ ਹੋਇਆ, ਤਾਂ ਅੰਗਰੇਜ਼ਾਂ ਨੇ ਇੱਕ ਨਵੇਂ ਪ੍ਰੋਜੈਕਟ ਦੇ ਨਿਰਮਾਣ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਦੀ 4 ਦੀਵਾਰੀ ਤੋੜ ਕੇ ਕੁਝ ਜ਼ਮੀਨ ਆਪਣੇ ਕਬਜ਼ੇ ਵਿੱਚ ਕਰ ਲਈ। ਇਸ ਲਈ ਗੁਰਦੁਆਰੇ ਦੇ ਮਹੰਤ ਦੀ ਸਹਿਮਤੀ ਵੀ ਲੈ ਲਈ। ਉਹ ਤਾਂ ਮਹੰਤਾਂ ਨੇ ਤਾਂ ਦੇਣੀ ਸੀ, ਕਿਉਂ ਤੇ ਹੈ ਹੀ ਝੋਲੀ ਚੁੱਕ ਸਨ ਅੰਗਰੇਜ਼ਾਂ ਦੇ। ਇਸ ਕਾਰਵਾਈ ਤੋਂ ਸਿੱਖ ਸੰਗਤਾਂ ਅੰਦਰ ਭਾਰੀ ਰੋਸ ਪੈਦਾ ਹੋ ਗਿਆ ਅਤੇ ਸ਼ਰਧਾਵਾਨ ਸਿੱਖ ਹੋਣ ਨਾਤੇ ਤੇਜਾ ਸਿੰਘ ਸਮੁੰਦਰੀ ਜੀ ਵੀ ਇਸ ਤੋਂ ਪ੍ਰਭਾਵਿਤ ਹੋਏ। ਹਰਚੰਦ ਸਿੰਘ ਲਾਇਲਪੁਰੀ ਅਤੇ ਤੇਜਾ ਸਿੰਘ ਸਮੁੰਦਰੀ ਦੀ ਅਗਵਾਈ ਹੇਠ ਸਿੱਖ ਜਥੇ ਦਿੱਲੀ ਪਹੁੰਚਣ ਲੱਗੇ। ਸਿੱਖਾਂ ਦੇ ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਅੰਗਰੇਜ਼ ਹਕੂਮਤ ਨੇ ਪਹਿਲੀ ਆਲਮੀ ਜੰਗ ਤੱਕ ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖਣ ਦਾ ਭਰੋਸਾ ਦਿਵਾਇਆ ਅਤੇ ਜੰਗ ਖਤਮ ਹੋਣ ਬਾਅਦ ਗੁਰੂ ਘਰ ਦੀ ਇਹ 4 ਦੀਵਾਰੀ ਰਕਾਬਗੰਜ ਸਾਹਿਬ ਦੀ ਮੁੜ ਬਣਾ ਦਿੱਤੀ ਗਈ। ਇਸ ਨਾਲ ਭਾਈਚਾਰੇ ਅੰਦਰ ਜਨਤਕ ਸੰਘਰਸ਼ ਦਾ ਭਰੋਸਾ ਪੈਦਾ ਹੋਇਆ ਕਿ ਅਸੀਂ ਮੋਰਚੇ ਲਗਾ ਕੇ
ਆਪਣੀ ਗੱਲ ਮਨਵਾ ਸਕਦੇ ਹਾਂ। ਤੇਜਾ ਸਿੰਘ ਸਮੁੰਦਰੀ ਸਿੱਖਿਆ ਦੇ ਪਸਾਰ ਵਿੱਚ ਬਹੁਤ ਡੂੰਘੀ ਰੁਚੀ ਲੈਂਦੇ ਸਨ। ਉਹਨਾਂ ਲਾਇਲਪੁਰ ਵਿੱਚ ਖਾਲਸਾ ਹਾਈ ਸਕੂਲ, ਚੱਕ ਨੰਬਰ 41 ਵਿੱਚ ਬਾਰ ਖਾਲਸਾ ਹਾਈ ਸਕੂਲ, ਸਮੁੰਦਰੀ ਦੇ ਚੱਕ ਨੰਬਰ 140 ਵਿੱਚ ਖਾਲਸਾ ਮਿਡਲ ਸਕੂਲ ਅਤੇ ਸਰਿਆਲੀ ਵਿੱਚ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਸਥਾਪਿਤ ਕਰਵਾਏ। ਉਹ ਬੱਚਿਆਂ ਨੂੰ ਵਿੱਤੀ ਸਿੱਖਿਆ ਦੇਣ, ਛੂਆ-ਛਾਤ ਦੇ ਖਾਤਮੇ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ਤੇ ਬਹੁਤ ਜ਼ੋਰ ਦਿੰਦੇ ਸਨ। ਗੁਰਦੁਆਰਾ ਨਨਕਾਣਾ ਸਾਹਿਬ ਦੇ ਮੋਰਚੇ ਦੌਰਾਨ ਅਕਾਲੀ ਅਖਬਾਰ ਵਿੱਚ ਛਪੀ ਕਿਸੇ ਖਬਰ ਤੋਂ ਲਾਹੌਰ ਦਾ ਕਮਿਸ਼ਨਰ ਜੀ.ਕੇ. ਕਿੰਗ ਅਤੇ ਉਸ ਦਾ ਡੀਆਈਜੀ ਬੋਰਿੰਗ ਕਾਫੀ ਖਫਾ ਸਨ। ਉਹਨਾਂ ਨੇ ਅਖਬਾਰ ਖਿਲਾਫ 40,000 ਰੁਪਏ ਦੇ ਮਾਨਹਾਨੀ ਦਾ ਕੇਸ ਦਾਇਰ ਕਰ ਦਿੱਤਾ, ਜੋ ਉਸ ਵੇਲੇ ਬਹੁਤ ਵੱਡੀ ਰਕਮ ਸੀ। ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਅਖਬਾਰ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਜ਼ਮੀਨ ਗਹਿਣੇ ਰੱਖ ਕੇ ਅਖਬਾਰ ਦੇ ਛਾਪਕਾਂ ਦੀ ਜਾਮਨੀ ਦੇਣਗੇ। ਇਸ ਤਰ੍ਹਾਂ ਨਾਭੇ ਦੇ ਮੋਰਚੇ ਦੌਰਾਨ ਗੁਰਦੁਆਰੇ ਦੀ ਜਾਇਦਾਦ ਦਾ ਇੱਕ ਕੇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਈ ਕੋਰਟ ਵਿੱਚ ਹਾਰ ਗਈ ਅਤੇ ਪ੍ਰਿਵੀ ਕੌਂਸਲ ਕੋਲ ਅਪੀਲ ਕਰਨ ਲਈ ਇਸ ਨੂੰ 1.5 ਲੱਖ ਰੁਪਏ ਦੀ ਲੋੜ ਸੀ। ਸ਼੍ਰੋਮਣੀ ਕਮੇਟੀ ਮਸਾਂ 75,000 ਰੁਪਏ ਹੀ ਇਕੱਠਾ ਕਰ ਸਕੀ। ਬਾਕੀ ਦੇ 75,000 ਰੁਪਏ ਤੇਜਾ ਸਿੰਘ ਸਮੁੰਦਰੀ ਨੇ ਆਪਣੇ 50 ਏਕੜ ਜ਼ਮੀਨ ਗਹਿਣੇ ਰੱਖ ਕੇ ਜੁਟਾਏ। ਬਾਅਦ ਵਿੱਚ ਪ੍ਰਿਵੀ ਕੌਂਸਲ ਵਿੱਚ ਸ਼੍ਰੋਮਣੀ ਕਮੇਟੀ ਦੇ ਕੇਸ ਜਿੱਤ ਜਾਣ ਤੇ ਇਹ ਜ਼ਮੀਨ ਵਾਪਸ ਸਮੁੰਦਰੀ ਪਰਿਵਾਰ ਨੂੰ ਮਿਲ ਸਕੀ, ਪਰ ਇਸ ਦੌਰਾਨ ਸਰਦਾਰ ਤੇਜਾ ਸਿੰਘ ਸਮੁੰਦਰੀ ਜੇਲ੍ਹ ਵਿੱਚ ਹੀ ਦਮ ਤੋੜ ਗਏ ਸਨ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਅੰਦੋਲਨਕਾਰੀਆਂ ਸਿੱਖਾਂ ਦੀ ਪਰਿਵਾਰਾਂ ਦੀ ਮਦਦ ਲਈ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਸਿੱਖ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦਾ ਗਠਨ ਕੀਤਾ ਸੀ, ਜੋ ਅੰਦੋਲਨਕਾਰੀ ਸਿੱਖਾਂ ਦੇ ਕੇਸਾਂ ਦੀ ਪੈਰਵੀ ਕਰਨ ਵਿੱਚ ਮਦਦ ਦਿੰਦੀ ਸੀ। ਬਾਅਦ ਵਿੱਚ ਇਸ ਦਾ ਨਾਮ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਕਰ ਦਿੱਤਾ ਗਿਆ, ਜਿਸ ਦੀ ਯਾਦ ਵਿੱਚ ਜਲੰਧਰ ਵਿਖੇ ਦੇਸ਼ ਭਗਤ ਯਾਦਗਾਰ ਕਮੇਟੀ ਹਾਲ ਬਣਾਇਆ ਹੋਇਆ ਹੈ। ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਪੰਜਾਬੀ ਅਤੇ ਉਰਦੂ ਭਾਸ਼ਾਵਾਂ ਵਿੱਚ ਰਸਾਲੇ ਸ਼ੁਰੂ ਕਰਨ ਲਈ ਨਿੱਘਰ ਯਤਨ ਕੀਤੇ, ਜਿਨ੍ਹਾਂ ਸਦਕਾ ਪ੍ਰਵਾਸੀ ਸਿੱਖਾਂ ਦੀ ਮਦਦ ਨਾਲ 1923 ਵਿੱਚ ਸਾਧ ਸੰਗਤ ਜੀ ਇਹ ਨੋਟ ਕਰਨ ਵਾਲੀ ਗੱਲ ਹੈ ਕਿ 1923 ਵਿੱਚ ਅੰਗਰੇਜ਼ੀ ਦਾ ਅਖਬਾਰ ਹਿੰਦੁਸਤਾਨ ਟਾਈਮਸ ਸ਼ੁਰੂ ਕੀਤਾ ਗਿਆ, ਜਿਸ ਵਾਸਤੇ ਸ਼ੁਰੂਆਤ ਜਿਹੜੀ ਹੈ ਉਹ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਕੀਤੀ, ਜਿਸ ਨੂੰ ਬਾਅਦ ਵਿੱਚ ਅਖਬਾਰ ਨੂੰ ਪੰਡਿਤ ਮਦਨ ਮੋਹਨ ਮਾਲਵੀਆ ਨੇ ਖਰੀਦ ਲਿਆ ਤੇ ਸਿੱਖਾਂ ਦਾ ਚਿੰਦਾ ਮੋੜ ਦਿੱਤਾ। ਗੁਰਦੁਆਰਾ ਸੁਧਾਰ ਲਹਿਰ ਦੇ ਸਿੱਟੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 1925 ਪਾਸ ਕੀਤਾ ਗਿਆ। ਇਸ ਦੇ ਇਵਜ਼ ਵਿੱਚ ਅੰਗਰੇਜ਼ ਸਿੱਖਾਂ ਤੋਂ ਇਹ ਭਰੋਸਾ ਲੈਣਾ ਚਾਹੁੰਦੇ ਸਨ ਕਿ ਉਹ ਭਵਿੱਖ ਵਿੱਚ ਸਰਕਾਰ ਖਿਲਾਫ ਕੋਈ ਸੰਘਰਸ਼ ਨਹੀਂ ਕਰਨਗੇ ਅਤੇ ਇਸ ਕਾਨੂੰਨ ਵਿੱਚ ਕੋਈ ਸੋਧ ਵੀ ਨਹੀਂ ਕੀਤੀ ਜਾਏਗੀ। ਪੰਜਾਬ ਦੇ ਗਵਰਨਰ ਨੇ 25 ਜਨਵਰੀ 1926 ਨੂੰ ਵਿਧਾਨ ਪਰਿਸ਼ਦ ਵਿੱਚ ਕੀਤੀ ਤਕਰੀਰ ਵਿੱਚ ਇਹਨਾਂ ਨੁਕਤਿਆਂ ਤੇ ਜ਼ੋਰ ਦਿੱਤਾ। ਇਸ ਕਰਕੇ ਜੇਲ੍ਹਾਂ ਵਿੱਚ ਬੰਦ ਸਿੱਖ ਆਗੂਆਂ ਵਿੱਚ ਫੁੱਟ ਪੈ ਗਈ। 20 ਕੁ ਆਗੂਆਂ ਦਾ ਇੱਕ ਧੜਾ ਸਰਕਾਰ ਦੀਆਂ ਮੰਗਾਂ ਪ੍ਰਵਾਨ ਕਰਨ ਦੇ ਹੱਕ ਵਿੱਚ ਸੀ, ਜਦਕਿ 11 ਆਗੂਆਂ ਦਾ ਦੂਜਾ ਧੜਾ ਸਰਕਾਰ ਦੀ ਕੋਈ ਵੀ ਸ਼ਰਤ ਮੰਨਣ ਲਈ ਤਿਆਰ ਨਹੀਂ ਸੀ। ਇਸ ਧੜੇ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ, ਸਰਦਾਰ ਸੁਰਮੁਖ ਸਿੰਘ ਝਬਾਲ ਅਤੇ ਮਾਸਟਰ ਤਾਰਾ ਸਿੰਘ ਪ੍ਰਮੁੱਖ ਸਨ, ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਕਿਸਮ ਦੀਆਂ ਜਲਾਲਤ ਭਰੀਆਂ ਸ਼ਰਤਾਂ ਨੂੰ ਠੋਕਰ ਮਾਰ ਦੇਣਗੇ। ਬਾਅਦ ਵਿੱਚ ਸ਼ਰਤਾਂ ਮੰਨਣ ਵਾਲੇ ਧੜੇ ਨੂੰ ਸਰਕਾਰ ਨੇ ਜੇਲ੍ਹ ਚੋਂ ਰਿਹਾ ਕਰ ਦਿੱਤਾ ਅਤੇ ਦੂਜੇ ਆਗੂ ਜੇਲ੍ਹ ਵਿੱਚ ਹੀ ਰਹੇ। ਇਸੇ ਕਰਕੇ ਹੀ 17 ਜੁਲਾਈ 1926 ਨੂੰ ਸਰਦਾਰ ਤੇਜਾ ਸਿੰਘ ਨੂੰ ਜੇਲ੍ਹ ਦੇ ਅੰਦਰ ਹੀ ਜੋ ਦਿਲ ਦਾ ਦੌਰਾ ਪਿਆ ਤੇ ਆਪ ਜੀ ਦੀ ਆਪ ਅਕਾਲ ਚੱਲਣਾ ਕਰ ਗਏ। ਉਹਨਾਂ ਦੇ ਦੇਹਾਂਤ ਕਾਰਨ ਅੰਦੋਲਨ ਹੋਰ ਤੇਜ਼ ਹੋ ਗਿਆ ਅਤੇ ਸਰਕਾਰ ਬਾਕੀ ਆਗੂਆਂ ਦੀ ਰਿਹਾਈ ਲਈ ਮਜਬੂਰ ਹੋ ਗਈ। ਤਾਂ ਸਰਕਾਰ ਇਹ ਚਾਹੁੰਦੀ ਸੀਗੀ ਕਿ ਜੇ ਇਹ ਜਿਸ ਕਰਕੇ ਇਹਨਾਂ ਨੂੰ ਇਹ ਕਮੇਟੀ ਬਣਾ ਦਿੱਤੀ ਗਈ ਹੈ, ਤਾਂ ਇਸ ਤੋਂ ਬਾਅਦ ਇਹਦੇ ਵਿੱਚ ਕੋਈ ਵੀ ਅੱਗੋਂ ਇਹ ਸੰਘਰਸ਼ ਨਹੀਂ ਕਰਨਗੇ, ਤੇ ਇਹ ਭਰੋਸਾ ਚਾਹੁੰਦੇ ਸਨ। ਲੇਕਿਨ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਬੜੇ ਦੂਰ ਅੰਦੇਸ਼ ਸਨ ਤੇ ਉਹਨਾਂ ਕਿਹਾ ਵੀ ਐਸੀ ਕੋਈ ਕਮਿਟਮੈਂਟ ਅਸੀਂ ਨਹੀਂ ਦੇਣੀ। ਉਹ ਦ੍ਰਿੜ ਰਹੇ ਔਰ ਇਸ ਕਰਕੇ ਰਿਹਾ ਨਹੀਂ ਹੋਏ ਔਰ ਜੇਲ੍ਹ ਦੇ ਅੰਦਰ ਹੀ ਆਪ ਅਕਾਲ ਚਲਾਣਾ ਕਰ ਗਏ। ਤੇਜਾ ਸਿੰਘ ਸਮੁੰਦਰੀ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਅੰਗਰੇਜ਼ ਖਿਲਾਫ
ਇੰਡੀਅਨ ਨੈਸ਼ਨਲ ਕਾਂਗਰਸ ਦੇ ਗਦਰ ਲਹਿਰ ਦੀ ਅਗਵਾਈ ਹੇਠ ਚੱਲ ਰਹੀਆਂ ਲਹਿਰਾਂ ਵਿੱਚ ਵੀ ਯੋਗਦਾਨ ਪਾਉਂਦੇ ਰਹੇ। ਆਪ ਜੀ 1923 ਵਿੱਚ ਕਾਂਗਰਸ ਵੱਲੋਂ ਬਣਾਈ ਗਈ ਆਲ ਇੰਡੀਆ ਸਬਜੈਕਟਸ ਕਮੇਟੀ ਦਾ ਹਿੱਸਾ ਰਹੇ ਅਤੇ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਜੀ, ਜਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਜਿਹੇ ਇਨਕਲਾਬੀਆਂ ਦੇ ਸੰਪਰਕ ਵਿੱਚ ਸਨ। ਤੇਜਾ ਸਿੰਘ ਸਮੁੰਦਰੀ ਦੇ ਇੱਕ ਪੁੱਤਰ ਪ੍ਰੋਫੈਸਰ ਬਿਸ਼ਨ ਸਿੰਘ ਸਮੁੰਦਰੀ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਅਤੇ 1969 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜੋ ਫਾਊਂਡਰ ਵਾਈਸ ਚਾਂਸਲਰ ਬਣੇ। ਉਹਨਾਂ ਦਾ ਪੋਤਰਾ ਤਰਨਜੀਤ ਸਿੰਘ ਸੰਧੂ ਤੇ ਉਹਨਾਂ ਦੀ ਪਤਨੀ ਰੀਨਤ ਕੌਰ ਜੋ ਇਸ ਵੇਲੇ ਅਮਰੀਕਾ ਅਤੇ ਨੀਦਰਲੈਂਡ ਵਿੱਚ ਉਹ ਸਫਾਰ ਜਿਹੜੇ ਹਨ ਉਹ ਐਂਬੈਸਡਰ ਵੀ ਰਹੇ ਹਨ। ਤੋ ਇਹ ਸੀ ਮੁੱਢਲੀ ਜਾਣਕਾਰੀ ਆਪ ਜੀ ਦੇ ਨਾਲ ਮੈਂ ਸਾਂਝੀ ਕੀਤੀ ਹੈ। ਤੋ ਆਓ ਹੁਣ ਉਹਨਾਂ ਬਾਰੇ ਕੁਝ ਹੋਰ ਵੀ ਗੱਲਾਂ ਅਸੀਂ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਕਿ ਜਿਨ੍ਹਾਂ ਬਾਰੇ ਮੈਂ ਆਪ ਜੀ ਨਾਲ ਗੱਲ ਕੀਤੀ ਹੈ। ਇਹ ਕੇਵਲ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਦੀ ਜੀਵਨ ਗਾਥਾ ਹੀ ਨਹੀਂ, ਸਗੋਂ ਗੁਰਦੁਆਰਾ ਸੁਧਾਰ ਲਹਿਰ ਲਈ ਅਕਾਲੀ ਲਹਿਰ ਦਾ ਪ੍ਰੇਰਨਾ ਭਰਪੂਰ ਇਤਿਹਾਸ ਹੈ। ਅਜਿਹਾ ਹੋਣਾ ਕੁਦਰਤੀ ਵੀ ਸੀ ਕਿਉਂਕਿ ਗੁਰਪੁਰ ਵਾਸੀ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਮਹਾਨ ਸ਼ਖਸੀਅਤ ਅਕਾਲੀ ਲਹਿਰ ਦੀ ਪ੍ਰਚੰਡ ਆਤਮਾ ਸੀ। ਉਹ ਇਸ ਵਿੱਚ ਤਾਣੇ ਪੇਟੇ ਵਾਂਗ ਰਮੇ ਹੋਏ ਸਨ। ਇਸ ਲਈ ਉਸਦੇ ਇਤਿਹਾਸ ਨਾਲੋਂ ਉਹਨਾਂ ਨੂੰ ਨਵੇਕਲਾ ਕਰਕੇ ਵੇਖਣਾ ਅਸੰਭਵ ਹੈ। ਸਰਦਾਰ ਸਮੁੰਦਰੀ ਜੀ ਬੜੇ ਗੰਭੀਰ, ਦੂਰ ਅੰਦੇਸ਼, ਬਾਵਕਾਰ, ਮਿੱਠ ਬੋਲੜੇ ਅਤੇ ਸਹੀ ਅਰਥਾਂ ਵਿੱਚ ਕਥਨੀ ਦੇ ਪੂਰੇ ਤੇ ਕਰਨੀ ਦੇ ਸੂਰੇ ਗੁਰਸਿੱਖ ਸਨ। ਇਹਨਾਂ ਨੇ ਆਪਣੀ ਜ਼ਿੰਦਗੀ ਕੌਮ ਅਤੇ ਸਿੱਖ ਦੀ ਪੰਥ ਦੀ ਬਿਹਤਰੀ ਲਈ ਜਿਹੜੀ ਹੈ ਉਹ ਲਗਾ ਦਿੱਤੀ ਤੇ ਓੜਕ ਨੂੰ ਇਸ ਮਨੋਰਥ ਲਈ ਲਾਹੌਰ ਸੈਂਟਰਲ ਜੇਲ੍ਹ ਵਿੱਚ ਜੇਲ੍ਹਾਂ ਵੀ ਕੱਟੀਆਂ ਤੇ ਅੰਤ ਉੱਥੇ ਸ਼ਹੀਦੀ ਵੀ ਪਾ ਗਏ। ਉਸ ਵੇਲੇ ਸਿੱਖ ਪੰਥ ਵਿੱਚ ਬੜੀਆਂ ਉੱਘੀਆਂ ਸ਼ਖਸੀਅਤਾਂ ਦਾ ਦੌਰ ਦੌਰਾ ਸੀ। ਉਹਨਾਂ ਮਹਾਨ ਸ਼ਖਸੀਅਤਾਂ ਵਿੱਚੋਂ ਬਾਬਾ ਖੜਕ ਸਿੰਘ ਜੀ, ਸਰਦਾਰ ਹਰਚੰਦ ਸਿੰਘ, ਸਰਦਾਰ ਮਹਿਤਾਬ ਸਿੰਘ, ਝਬਾਲੀਏ ਸਰਦਾਰ, ਮਾਸਟਰ ਸੁੰਦਰ ਸਿੰਘ, ਮਾਸਟਰ ਤਾਰਾ ਸਿੰਘ, ਪ੍ਰਿੰਸੀਪਲ ਨਿਰੰਜਨ ਸਿੰਘ, ਬਾਬਾ ਹਰਕਿਸ਼ਨ ਸਿੰਘ, ਬਿਸ਼ਨ ਸਿੰਘ ਸਿੰਘਪੁਰੀਆ, ਸਰਦਾਰ ਸੋਹਣ ਸਿੰਘ ਜੋਸ਼, ਸਰਦਾਰ ਸੇਵਾ ਸਿੰਘ ਠਿਕਰੀਵਾਲਾ ਆਦਿ ਨੂੰ ਗਿਣਿਆ ਜਾ ਸਕਦਾ ਹੈ। ਪਰ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਦੀ ਸ਼ਖਸੀਅਤ, ਤਿਆਗ ਤੇ ਸੇਵਾ ਭਾਵਨਾ ਅਤੇ ਠਰਮੇ ਆਦਿ ਗੁਣਾਂ ਕਾਰਨ ਸਾਰਿਆਂ ਉੱਪਰ ਫੋੜ ਵਾਂਗੂ ਛਾਂ ਜਿਹੜੀ ਹੈ ਉਹ ਦਿੱਤੀ ਹੋਈ ਸੀ ਸਮੁੰਦਰੀ ਜੀ ਨੇ। ਉਹਨਾਂ ਨੇ ਅਕਾਲੀ ਲਹਿਰ ਨੂੰ ਜਿਸ ਦਲੇਰੀ, ਸਿਆਣਪ ਅਤੇ ਸੂਝ-ਬੂਝ ਨਾਲ ਚਲਾਇਆ, ਉਹ ਇਸ ਮੋਰਚੇ ਦੀ ਸਫਲਤਾ ਦੀ ਜ਼ਮਾਨਤ ਬਣ ਕੇ ਉਭਰੀ। ਇਹ ਉਹਨਾਂ ਦੀ ਸਿੱਖ ਸੰਗਤਾਂ ਦੇ ਦਿਲਾਂ ਉਦਾਲੇ ਪਕੜ ਦਾ ਸਿੱਟਾ ਸੀ ਕਿ ਉਹਨਾਂ ਨੇ ਲਹਿਰ ਦੇ ਹਰ ਮੋੜ ਉੱਪਰ ਨਾ ਹੌਸਲਾ ਗਿਰਨ ਦਿੱਤਾ, ਨਾ ਕਦਮ ਥਿੜਕਣ ਦਿੱਤੇ ਅਤੇ ਨਾ ਹੀ ਅਸਲੀ ਨਿਸ਼ਾਨੇ ਅਤੇ ਉਸ ਦੀ ਪ੍ਰਾਪਤੀ ਲਈ ਸ਼ਾਂਤਮਈ ਰਸਤੇ ਤੋਂ ਲਾਂਭੇ ਜਾਣ ਦਿੱਤਾ ਸਿੱਖ ਸੰਘਰਸ਼ਕਾਰੀਆਂ ਨੂੰ। ਆਪ ਜੀ ਵਕੀਲ ਨਹੀਂ ਸਨ। ਇਹ ਨੋਟ ਕਰਨ ਵਾਲੀ ਗੱਲ ਹੈ ਕਿ ਤੇਜਾ ਸਿੰਘ ਸਮੁੰਦਰੀ ਜੀ ਵਕੀਲ ਨਹੀਂ ਸਨ, ਪਰ ਜਿਸ ਤਰ੍ਹਾਂ ਆਪ ਨੇ ਜੇਲ੍ਹ ਵਿੱਚ ਚਲਾਏ ਗਏ ਮੁਕੱਦਮੇ ਵਿੱਚ ਸਰਕਾਰੀ ਵਕੀਲਾਂ ਅਤੇ ਗਵਾਹਾਂ ਨਾਲ ਜਿਹੜਾ ਕੀਤੀ, ਡਿਸਕਸ਼ਨ ਕੀਤੀ, ਉਸ ਨਾਲ ਜੱਜਾਂ ਅਤੇ ਅਫਸਰਾਂ ਦੇ ਜਿਹੜੇ ਹਨ ਉਹ ਦੰਦ ਜੁੜ ਗਏ ਅਤੇ ਉਹਨਾਂ ਨੇ ਆਪ ਦੀ ਲਿਆਕਤ ਦਾ ਲੋਹਾ ਮੰਨਿਆ। ਇਹ ਚੇਤੇ ਰੱਖਣ ਵਾਲੀ ਗੱਲ ਹੈ ਕਿ ਇਹ ਅਕਾਲੀ ਲਹਿਰ ਸਾਮਰਾਜ ਵਿਰੁੱਧ ਇੱਕ ਜ਼ਬਰਦਸਤ ਲੋਕ ਉਭਾਰ ਸੀ। ਇਹ ਵੀ ਕੋਈ ਮੁਬਾਲਗਾ ਨਹੀਂ। ਪੰਜਾਬ ਵਿੱਚ ਕਿਸੇ ਲਹਿਰ ਨੇ, ਝੱਖੜ ਨੇ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ। ਇਸ ਤੋਂ ਪਹਿਲਾਂ ਗਦਰ ਲਹਿਰ ਵੀ ਅੰਗਰੇਜ਼ਾਂ ਦੀ ਪਰੇਸ਼ਾਨੀ ਦਾ ਕਾਰਨ ਬਣੀ ਸੀ, ਪਰ ਆਮ ਲੋਕਾਂ ਨੇ ਉਸ ਵਿੱਚ ਹਿੱਸਾ ਨਹੀਂ ਸੀ ਪਾਇਆ। ਪਰ ਅਕਾਲੀ ਲਹਿਰ ਤਾਂ ਆਜ਼ਾਦੀ ਪਸੰਦਾਂ ਦੇ ਜੋਸ਼ ਦਾ ਇੱਕ ਹੜ ਸੀ, ਜਿਹੜੀ ਹਿੰਦੁਸਤਾਨ ਵਿੱਚ ਅੰਗਰੇਜ਼ੀ ਰਾਜ ਦੇ ਦਬਦਬੇ ਨੂੰ ਰੋੜ ਕੇ ਲੈ ਗਈ ਨਾਲ। ਇਸ ਲਹਿਰ ਦੇ ਕੁਝ ਆਗੂਆਂ ਨੇ ਮਗਰੋਂ ਜਾ ਕੇ ਆਪਣੇ ਭਾਵੇਂ ਵੱਖਰੇ ਰਾਹ ਚੁਣ ਲਏ, ਪਰ ਸਰਦਾਰ ਤੇਜਾ ਸਿੰਘ ਸਮੁੰਦਰੀ ਅਤੇ ਉਹਨਾਂ ਦੇ ਸਾਥੀਆਂ ਨੇ ਅਕਸਰ ਪੰਜਾਬ ਵਿੱਚ ਕੌਮ ਪ੍ਰਸਤੀ ਦੀ ਭਾਵਨਾ ਨੂੰ ਤਕੜਿਆ ਕਰਕੇ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਪੰਜਾਬ ਵਿੱਚ ਸਮਰਾਜ ਵਿਰੋਧੀ ਲੜਾਈ ਦੇ ਸਮਰੱਥ ਕੀਤਾ
ਇਸ ਲਈ ਉਹ ਉਸ ਦੌਰ ਦੀਆਂ ਸਰਬ ਹਿੰਦ ਕਾਂਗਰਸੀ ਸ਼ਖਸੀਅਤਾਂ ਵਿੱਚ ਗਿਣੇ ਜਾਣ ਲੱਗ ਪਏ। 1929 ਸਾਲ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੇ ਇਤਿਹਾਸਕ ਇਜਲਾਸ ਦੇ ਮੌਕੇ ਜਿਹੜੀਆਂ ਕਾਂਗਰਸੀ ਲੀਡਰਾਂ ਦੀਆਂ ਤਸਵੀਰਾਂ ਲੋਕਾਂ ਨੇ ਹੱਥੋਂ ਹੱਥ ਖਰੀਦੀਆਂ, ਉਹਨਾਂ ਵਿੱਚ ਪੰਡਿਤ ਮੋਤੀ ਲਾਲ ਨਹਿਰੂ ਤੇ ਹਕੀਮ ਅਜਮਲ ਖਾਂ ਦੇ ਨਾਲ ਗੁਰਪੁਰ ਵਾਸੀ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਦੀ ਤਸਵੀਰ ਵੀ ਸੁਸ਼ੋਭਿਤ ਸੀ। ਇਹ ਕੋਈ ਐਵੇਂ ਇਤਫਾਕ ਦੀ ਗੱਲ ਨਹੀਂ ਸੀ। ਸਰਦਾਰ ਸਮੁੰਦਰੀ ਜੀ ਨੇ ਤਿੱਖੀ ਸਿਆਸੀ ਸੂਝ ਨੇ ਅਨੁਭਵ ਕਰ ਲਿਆ ਸੀ ਕਿ ਵਿਦੇਸ਼ੀ ਰਾਜ ਤੋਂ ਛੁਟਕਾਰੇ ਬਿਨਾ ਨਾ ਦੇਸ਼ ਬਚ ਸਕਦਾ ਹੈ ਤੇ ਨਾ ਕੌਮ ਬਣ ਸਕਦੀ ਹੈ। ਵੀਰੋ ਔਰ ਭੈਣੋ, ਆਪ ਜੀ ਇਸ ਕਥਨ ਤੋਂ, ਸਮੁੰਦਰੀ ਜੀ ਦੇ ਕਥਨ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਸੂਝਵਾਨ ਸਾਡੀ ਕੌਮ ਦੇ ਉਸ ਵਕਤ ਦੇ ਲੀਡਰ ਸਨ, ਜਿਨ੍ਹਾਂ ਨੇ ਵਿਦੇਸ਼ੀਆਂ ਦੇ ਰਾਜ ਪ੍ਰਬੰਧ ਦੇ ਅੰਦਰ ਵੀ ਆਪਣਾ ਲੋਹਾ ਮਨਵਾਇਆ ਔਰ ਕੌਮ ਨੂੰ ਸੁਚੱਜੀ ਅਗਵਾਈ ਦਿੱਤੀ। ਐਸੇ ਹੀ ਕੌਮੀ ਲੀਡਰਾਂ ਦੀ ਇਸ ਵਕਤ ਵੀ ਸਾਨੂੰ ਕੌਮ ਨੂੰ, ਸਿੱਖ ਕੌਮ ਨੂੰ ਬਹੁਤ ਜ਼ਿਆਦਾ ਲੋੜ ਹੈ, ਜਿਹੜੇ ਕਿ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ, ਲੇਕਿਨ ਸਿੱਖੀ ਨਿਸ਼ਾਨੇ ਨੂੰ, ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨ। ਜਦੋਂ ਆਪ ਜੀ ਗੁਜ਼ਰ ਗਏ ਤਾਂ ਸ਼ੁਕਰਗੁਜ਼ਾਰ ਕੌਮ ਨੇ ਆਪ ਦੇ ਯਾਦ ਲਈ ਜਿਹੜਾ ਹੈ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਇਸ ਵੇਲੇ ਹੈੱਡਕੁਆਟਰ ਹੈ, ਉਸ ਦੀ ਵੀ ਸਥਾਪਨਾ ਕੀਤੀ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿਹੜੀ ਹੈ ਇੱਕ ਪੁਸਤਕ ਵੀ ਉਹਨਾਂ ਦੇ ਜੀਵਨ ਦੇ ਉੱਪਰ ਛਾਪੀ। ਇਹ ਥੋੜੇ ਜਿਹੇ ਵਿਚਾਰ ਮੈਂ ਆਪ ਜੀ ਦੇ ਨਾਲ ਸਾਂਝੇ ਕੀਤੇ ਹਨ। ਆਓ ਹੁਣ ਥੋੜੇ ਜਿਹੇ ਹੋਰ ਵੀ ਆਪਾਂ ਇਸ ਬਾਰੇ ਵਿਚਾਰ ਸਾਂਝੇ ਕਰੀਏ ਕਿ ਉਹਨਾਂ ਦਾ ਜਿਹੜਾ ਅੰਸ਼-ਵੰਸ਼ ਸੀ, ਉਹ ਪਹਿਲੇ ਮੈਂ ਵੀ ਬੇਨਤੀ ਕੀਤੀ ਹੈ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਪਿਤਾ ਜੀ ਰਿਸਾਲਦਾਰ ਮੇਜਰ ਸਰਦਾਰ ਦੇਵਾ ਸਿੰਘ ਜੀ ਵੀ ਆਰਮੀ ਦੇ ਵਿੱਚ ਸਨ ਤੇ MP ਸਿੰਘ ਵੀਰ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਕੋਈ ਤਸਵੀਰਾਂ ਮੈਂ ਭੇਜੀਆਂ ਹਨ, ਜੇਕਰ ਸੰਭਵ ਹੋਵੇ ਤਾਂ ਉਹਨਾਂ ਨੂੰ ਉਹ ਸਾਂਝੀ ਕਰ ਦੇਣ ਸਕਰੀਨ ਦੇ ਉੱਤੇ। ਉਸ ਨਾਲ ਜ਼ਿਆਦਾ ਜਿਹੜਾ ਹੈ ਉਹ ਪਤਾ ਲੱਗੇਗਾ। ਥੋੜੇ ਉਹਨਾਂ ਦੇ ਪਿਤਾ ਜੀ ਬਾਰੇ ਵੀ ਗੱਲ ਕਰਦੇ ਹਾਂ ਕਿ ਸਰਦਾਰ ਦੇਵਾ ਸਿੰਘ ਜੀ ਮੁੱਢ ਤੋਂ ਹੀ ਸੰਤ ਸੁਭਾਅ, ਪੂਰੇ ਸਿੱਧਕੀ ਤੇ ਗੁਰਮੁਖ ਸਿੱਖ ਸਨ। ਆਪ ਗੁਰਬਾਣੀ ਦੇ ਪੱਕੇ ਨੇਮੀ ਸਨ। ਪਹਿਰ ਰਾਤੀ ਰਹਿੰਦੀ ਉੱਠ ਕੇ ਇਸ਼ਨਾਨ ਕਰਦੇ ਤੇ ਪਾਠ ਕਰਨ ਬਹਿ ਜਾਂਦੇ ਤੇ ਇੱਕ ਵਾਰ ਜਦੋਂ ਪਾਠ ਕਰਨ ਬਹਿ ਜਾਂਦੇ ਤਾਂ ਫਿਰ ਕਿਸੇ ਚੀਜ਼ ਦੀ ਪਰਵਾਹ ਨਹੀਂ ਸਨ ਕਰਦੇ। ਇਹਨਾਂ ਦੇ ਪੋਤਰੇ ਸਰਦਾਰ ਮਾਨ ਸਿੰਘ ਦੱਸਦੇ ਹਨ ਕਿ ਇੱਕ ਵਾਰੀ ਜਦੋਂ ਇਹ ਪਾਠ ਕਰ ਰਹੇ ਸਨ ਤਾਂ ਉਧਰੋਂ ਇੱਕ ਅੰਗਰੇਜ਼ ਲੈਫਟੈਨੈਂਟ ਲੰਘਿਆ। ਇਹ ਰਸਾਲੇ ਵਿੱਚ ਨਵਾਂ ਆਇਆ ਸੀ। ਸਰਦਾਰ ਦੇਵਾ ਸਿੰਘ ਲੈਫਟੈਨੈਂਟ ਨੂੰ ਸਲਾਮ ਕਰਨ ਲਈ ਨਾ ਉੱਠੇ। ਉਸਨੇ ਬਾਹਰ ਵੱਡੇ ਅਫਸਰਾਂ ਅੱਗੇ ਸ਼ਿਕਾਇਤ ਕਰ ਦਿੱਤੀ, ਜਿਸ ਉੱਤੇ ਇਹਨਾਂ ਨੂੰ ਬਹਾਦਰੀ ਦੇ ਜੋ 60 ਰੁਪਏ ਮਾਹਵਾਰ ਮਿਲਨੇ ਸਨ ਕੱਟੇ ਗਏ, ਪਰ ਇਹਨਾਂ ਉਸ ਉੱਪਰ ਰੱਤੀ ਭਰ ਵੀ ਅਫਸੋਸ ਨਾ ਕੀਤਾ ਤੇ ਨਾ ਹੀ ਪੈਸੇ ਬਹਾਲ ਕਰਨ ਲਈ ਕੋਈ ਤਰਲੇ ਕਿੱਡੇ ਜਾਂ ਅਪੀਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਆਪ ਜੀ ਦੀ ਬੜੀ ਸ਼ਰਧਾ ਸੀ। ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਬਿਨਾ ਆਪ ਘੋੜੇ ਉੱਤੇ ਸਵਾਰ ਨਹੀਂ ਸਨ ਹੁੰਦੇ। ਆਪ ਨੂੰ ਬਹੁਤ ਸਾਰੀ ਗੁਰਬਾਣੀ ਕੰਠ ਸੀ। ਕਥਾ ਵਾਰਤਾ ਕਰਕੇ ਆਪ ਸੰਗਤਾਂ ਨੂੰ ਸਦਾ ਇਹ ਉਪਦੇਸ਼ ਦਿੰਦੇ ਰਹਿੰਦੇ ਸਨ ਕਿ ਆਪਣੀ ਕਮਾਈ ਵਿੱਚੋਂ ਦਸਵੰਧ ਜ਼ਰੂਰ ਕੱਢਣੀ ਹੈ। ਉਹ ਆਪ ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਧਰਮ ਅਰਥ ਖਰਚ ਕਰਦੇ ਰਹਿੰਦੇ ਸਨ। ਉਹਨਾਂ ਦੇ ਦਿਲ ਵਿੱਚ ਹਮੇਸ਼ਾ ਇਹ ਲਗਨ ਰਹਿੰਦੀ ਸੀ ਕਿ ਘਰ ਵਿੱਚ ਜਿਹੜੀ ਚੰਗੀ ਚੀਜ਼ ਹੋਵੇ ਉਹ ਗੁਰਦੁਆਰੇ ਦੇ ਸਾਧ ਸੰਗਤ ਦੇ ਕੰਮ ਆਵੇ। ਤੇਜਾ ਸਿੰਘ ਸਮੁੰਦਰੀ ਜੀ ਦੀ ਮਾਤਾ ਜੀ ਜਿਹੜੀ ਹੈ ਮਾਈ ਨੰਦ ਕੌਰ ਵੀ ਬਹੁਤ ਗੁਰਮੁਖ ਤੇ ਭਲੀ ਲੋਕ ਸੀ। ਇਹਨਾਂ ਦਾ ਸਾਰਾ ਪਰਿਵਾਰ ਜਿਹੜੇ ਹਨ ਉਹ ਬੜੇ ਹੀ ਗੁਰੂ ਘਰ ਦੇ ਸ਼ਰਧਾਲੂ ਸਨ। ਇਲਾਕੇ ਦੇ ਸਾਰੇ ਲੋਕਾਂ ਵਿੱਚ ਜਿਹੜੀ ਹੈ ਆਪ ਦੀ ਅੱਛੀ ਜਿਹੜੀ ਹੈ ਉਹ ਮੰਨੀ ਜਾਂਦੀ ਸੀ ਗੁਰਸਿੱਖ ਦੇ ਤੌਰ ਦੇ ਉੱਪਰ। ਤੇ ਸਰਦਾਰ ਤੇਜਾ ਸਿੰਘ ਆਪਣੇ ਪਿਤਾ ਦੇ ਘਰ ਇਕਲੌਤਾ ਪੁੱਤਰ ਸੀ। ਸਰਦਾਰ ਦੇਵਾ ਸਿੰਘ ਦੇ ਘਰ ਸ਼ੁਰੂ ਤੋਂ ਬੀਬੀਆਂ ਹੀ ਪੈਦਾ ਹੁੰਦੀਆਂ ਰਹੀਆਂ ਸਨ, ਕੋਈ ਲੜਕਾ ਨਹੀਂ ਸੀ। ਇਸ ਲਈ ਸਰਦਾਰ ਸਾਹਿਬ ਤੇ ਸਰਦਾਰਨੀ ਜੀ ਹਮੇਸ਼ਾ ਸਾਧ ਸੰਗਤ ਦੀ ਸੇਵਾ ਵਿੱਚ ਜੁਟੇ ਰਹਿੰਦੇ ਸਨ। ਮਾਤਾ ਪਿਤਾ ਦੀ ਖਾਸ਼ ਤਾਂ ਪੁੱਤਰਾਂ ਲਈ ਹੁੰਦੀ ਹੀ ਹੈ, ਪਰ ਬੁਰਜ ਪਿੰਡ ਦੇ ਰਹਿਣ ਵਾਲੇ ਲੋਕੀ ਵੀ ਇਹ ਚਾਹੁੰਦੇ ਸਨ
ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਸਨ ਕਿ ਦੇਵਾ ਸਿੰਘ ਦੇ ਘਰ ਵਾਹਿਗੁਰੂ ਕੋ ਚੰਗੀ ਦੀ ਦਾਸ ਬਖਸ਼ੇ, ਜੋ ਦੇਵਾ ਸਿੰਘ ਦੇ ਗੁਣਾਂ ਨੂੰ, ਖੂਬੀਆਂ ਨੂੰ ਜਿਉਂਦਾ ਰੱਖੇ। ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਜਨਮ ਸੰਬੰਧੀ ਇਹ ਰਵਾਇਤ ਰਾਇਕਾ ਬੁਰਜ ਦੇ ਲੋਕਾਂ ਵਿੱਚ ਆਮ ਪ੍ਰਚਲਿਤ ਸੀ ਕਿ ਇੱਕ ਵਾਰ ਜਦੋਂ ਸਰਦਾਰ ਦੇਵਾ ਸਿੰਘ ਛੁੱਟੀ ਦੇ ਘਰ ਆਏ ਹੋਏ ਸਨ ਤਾਂ ਉਹਨਾਂ ਦਿਨੀ ਬਾਬਾ ਫੌਜ ਸਿੰਘ ਜੀ ਬੇਦੀ, ਜੋ ਗੁਰੂ ਮਹਾਰਾਜ ਦੇ ਸੱਚੇ ਸਿੱਖ ਸਨ ਅਤੇ ਜਿਨ੍ਹਾਂ ਨੇ ਪੋਠੋਹਾਰ ਵਿੱਚ ਗੁਰਸਿੱਖੀ ਦਾ ਬਹੁਤ ਹੀ ਪ੍ਰਭਾਵ ਚਲਾਇਆ ਹੋਇਆ ਸੀ, ਰਾਇਕਾ ਬੁਰਜ ਪਿੰਡ ਵਿੱਚ ਆਏ। ਆਪ ਨੂੰ ਭਜਨੀਕ ਜਾਣ ਕੇ, ਆਪ ਦੀ ਪ੍ਰਸਿੱਧੀ ਸੁਣ ਕੇ ਪਿੰਡ ਦੀਆਂ ਸੰਗਤਾਂ ਨੇ ਆਪ ਲਈ ਸ਼ਰਧਾ ਬਹੁਤ ਵੱਧ ਗਈ। ਪਿੰਡ ਦੇ ਲੋਕਾਂ ਨੇ ਬਾਬਾ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਸਰਦਾਰ ਦੇਵਾ ਸਿੰਘ ਘਰ ਪੁੱਤਰ ਦੀ ਬੜੀ ਲੋੜ ਹੈ, ਆਪ ਵਾਹਿਗੁਰੂ ਅੱਗੇ ਬੇਨਤੀ ਕਰੋ ਕਿ ਇਹਨਾਂ ਨੂੰ ਦਾਤ ਬਖਸ਼ੀ ਜਾਵੇ ਪੁੱਤਰ ਦੀ। ਇਸ ਤੇ ਬਾਬਾ ਜੀ ਨੇ ਸਤਿਗੁਰੂ ਅੱਗੇ ਅਰਦਾਸ ਕੀਤੀ ਕਿ ਬਚਨ ਕੀਤਾ ਕਿ ਗੁਰੂ ਦੀ ਕਿਰਪਾ ਨਾਲ ਸਰਦਾਰ ਦੇਵਾ ਸਿੰਘ ਦੇ ਘਰ ਇੱਕ ਬੜਾ ਬਲੀ, ਨਿਡਰ, ਧਰਮਾਤਮਾ, ਦਾਨੀ, ਪੰਥ ਤੇ ਦੇਸ਼ ਦੀ ਸੇਵਾ ਕਰਨ ਵਾਲਾ ਪੁੱਤਰ ਪੈਦਾ ਹੋਵੇਗਾ, ਜੋ ਇਹਨਾਂ ਦੇ ਨਾਮ ਨੂੰ ਰੋਸ਼ਨ ਕਰੇਗਾ। ਉਹਨਾਂ ਦੀ ਇਸ ਆਸ਼ੀਰਵਾਦ ਤੇ ਅਰਦਾਸ ਸਦਕਾ 1 ਸਾਲ ਪਿੱਛੋਂ ਬਾਲਕ ਤੇਜਾ ਸਿੰਘ ਦਾ ਜਨਮ ਹੋਇਆ ਤੇ ਸਾਰੇ ਪਿੰਡ ਵਿੱਚ ਖੁਸ਼ੀਆਂ ਮਨਾਈਆਂ ਗਈਆਂ। ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਾਏ ਗਏ ਤੇ ਦਰਵੇਸ਼ਾਂ, ਫਕੀਰਾਂ ਨੂੰ ਕੱਪੜੇ ਵਸਤਰ ਵੰਡੇ ਗਏ। ਬੁਰਜ ਰਾਇਕਾ ਪਿੰਡ ਵਿੱਚ ਇੱਕ ਰਵਾਇਤ ਇਹ ਵੀ ਪ੍ਰਸਿੱਧ ਹੈ ਕਿ ਸਰਦਾਰ ਤੇਜਾ ਸਿੰਘ ਦਾ ਜਨਮ ਆਪਣੇ ਆਪ ਦੀ ਮਾਤਾ ਦੁਆਰਾ ਜਿਹੜੀ ਹੈ ਉਹ ਗੁਰੂ ਘਰ ਦੀ ਸੇਵਾ ਕਰਕੇ ਹੋਇਆ ਹੈ ਤੇ ਉਹਨਾਂ ਦੀ ਸੇਵਾ ਨੂੰ ਹੀ ਫਲ ਲੱਗਾ ਹੈ। ਪਰ ਇਹਨਾਂ ਦੇ ਮਾਤਾ ਆਨੰਦ ਕੌਰ ਜੀ ਦੇ ਭਾਗਾਂ ਵਿੱਚ ਆਪਣੇ ਸੁਖ ਲੱਦੇ ਪੁੱਤਰ ਦਾ ਤੇਜ ਪ੍ਰਤਾਪ ਵੇਖਣਾ ਨਸੀਬ ਨਹੀਂ ਸੀ। ਉਹ ਇਹਨਾਂ ਦੇ ਛੋਟੇ ਹੁੰਦਿਆਂ ਹੀ ਚਲਾਣਾ ਕਰ ਗਏ। ਪਿਤਾ ਸਰਦਾਰ ਦੇਵਾ ਸਿੰਘ ਜੀ ਬਾਹਰ ਵਿੱਚ ਮਲਬੇ ਮਿਲਣ ਦੇ ਕੁਝ ਚਿਰ ਪਿੱਛੋਂ 1912 ਦੇ ਵਿੱਚ ਜਿਹੜੇ ਹਨ ਉਹ ਗੁਰਪੁਰੀ ਸਿਧਾਰ ਗਏ। ਉਸ ਵਕਤ ਸਰਦਾਰ ਤੇਜਾ ਸਿੰਘ ਜੀ ਦੀ ਉਮਰ ਕੋਈ 30 ਕੁ ਵਰ੍ਹੇ ਦੀ ਸੀ ਤੇ ਉਹ ਪੰਥਕ ਕੰਮਾਂ ਵਿੱਚ ਚੰਗੇ ਰੁੱਝੇ ਹੋਏ ਸਨ। ਦੱਸਦੇ ਹਨ ਕਿ ਪਿਤਾ ਨੂੰ ਆਪਣੇ ਪੁੱਤਰ ਦੇ ਘਰੋਂ ਬਾਹਰ ਰਹਿਣ ਦੀ ਸਦਾ ਹੀ ਜਿਹੜੀ ਹੈ ਉਹ ਚਿੰਤਾ ਰਹਿੰਦੀ ਸੀ। ਕਈ ਵਾਰ ਉਹ ਕਿਹਾ ਕਰਦੇ ਸਨ ਕਿ ਤੇਜਾ ਸਿੰਘ, ਜਦੋਂ ਮੈਂ ਮਰਿਆ ਤਬ ਤੂੰ ਘਰ ਨਹੀਂ ਹੋਣਾ। ਉਹੀ ਗੱਲ ਹੋਈ ਜਦੋਂ ਸਰਦਾਰ ਦੇਵਾ ਸਿੰਘ ਜੀ ਨੇ ਪ੍ਰਾਣ ਤਿਆਗੇ ਤਾਂ ਸਰਦਾਰ ਤੇਜਾ ਸਿੰਘ ਜੀ ਘਰ ਨਹੀਂ ਸਨ। ਸਰਦਾਰ ਦੇਵਾ ਸਿੰਘ ਦੀ ਮ੍ਰਿਤੂ ਵੀ ਅਲੌਕਿਕ ਢੰਗ ਨਾਲ ਹੋਈ। ਆਪ ਪਿੰਡੋਂ ਬਾਹਰ ਆਪਣੀ ਹਵੇਲੀਆਂ ਵਿੱਚ ਰਹਿੰਦੇ ਸਨ। ਇੱਕ ਸਵੇਰ ਉੱਥੋਂ ਉੱਠ ਕੇ ਘਰ ਆਏ, ਨੌਕਰ ਨੂੰ ਪਾਣੀ ਗਰਮ ਕਰਨ ਲਈ ਕਿਹਾ ਤੇ ਆਪ ਆਰਾਮ ਕਰਨ ਲਈ ਮੰਜੇ ਉੱਤੇ ਲੇਟ ਗਏ। ਜਦੋਂ ਨੌਕਰ ਪਾਣੀ ਗਰਮ ਕਰਕੇ ਦੱਸਣ ਨੂੰ ਆਇਆ ਤਾਂ ਆਪ ਸੱਚਖੰਡ ਸਿਧਾਰ ਚੁੱਕੇ ਸਨ ਅਤੇ ਚਿਹਰਾ ਕਿਸੇ ਅਕਹਿ ਸ਼ਾਂਤੀ ਦਾ ਪ੍ਰਭਾਵ ਦੇ ਰਿਹਾ ਸੀ। ਸਰਦਾਰ ਤੇਜਾ ਸਿੰਘ ਦਾ ਬਚਪਨ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਆਮ ਬੱਚਿਆਂ ਵਾਂਗ ਨਹੀਂ ਗੁਜ਼ਰਿਆ, ਪਰ ਆਪ ਦੇ ਮਨ ਦੇ ਵਿੱਚ ਉੱਚੀ ਪੱਧਰ ਦੀ ਪੜ੍ਹਾਈ ਕਰਾਉਣ ਜਾਂ ਵੱਡਾ ਆਦਮੀ ਬਣਾਉਣ ਦਾ ਨਾ ਕਿਸੇ ਨੂੰ ਖਿਆਲ ਸੀ ਤੇ ਨਾ ਹੀ ਇਸ ਦਾ ਕੋਈ ਪ੍ਰਬੰਧ ਕੀਤਾ ਗਿਆ। ਲਾਗੇ ਚਾਗੇ ਵਿੱਚ ਕੋਈ ਉੱਚ ਪਾਏ ਦਾ ਸਕੂਲ ਵੀ ਨਹੀਂ ਸੀ, ਪਰ ਜਿਨ੍ਹਾਂ ਬੰਦਿਆਂ ਵਿੱਚ ਪ੍ਰਭੂ ਨੇ ਵੱਡੇ ਹੋਣ ਦੇ ਗੁਣ ਕੁਦਰਤੀ ਤੌਰ ਤੇ ਰੱਖੇ ਹੁੰਦੇ ਹਨ, ਉਹ ਉੱਚੀ ਵਿਦਿਆ ਤੋਂ ਬਿਨਾਂ ਵੀ ਚਮਕ ਉੱਠਦੇ ਹਨ ਤੇ ਵੱਡੇ ਵੱਡੇ ਵਿਦਵਾਨ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਹੋਣਹਾਰ ਤੇਜਾ ਸਿੰਘ ਵਿੱਚ ਛੋਟੇ ਹੁੰਦਿਆਂ ਤੋਂ ਹੀ ਬਜ਼ੁਰਗਾਂ ਵਾਲੇ ਗੁਣ ਸਨ। ਉਹਨਾਂ ਦਾ ਸਰੀਰ ਸ਼ੁਰੂ ਤੋਂ ਹੀ ਰਿਸ਼ਟ ਪੁਸ਼ਟ ਤੇ ਚੰਗੇ ਬਲ ਵਾਲਾ ਸੀ। ਵਿਪਤਾ ਵਿੱਚ ਧੀਰਜ ਰੱਖਣਾ, ਆਪਦੇ ਆਪਦਾ ਵੇਲੇ ਹੌਸਲਾ ਨਾ ਹਾਰਨਾ ਤੇ ਕੁਝ ਸਮੇਂ ਅਡੋਲ ਰਹਿਣਾ, ਇਹ ਆਪ ਜੀ ਦੀਆਂ ਖੂਬੀਆਂ ਸਨ। ਉਹ ਕੁਝ ਸਮੇਂ ਵੀ ਹਾਏ ਆਖਣਾ ਨਹੀਂ ਸੀ ਜਾਣਦਾ। ਜਦ ਕਦੀ ਸਰੀਰ ਢਿੱਲਾ ਹੁੰਦਾ ਤਾਂ ਦੁੱਖ ਵੱਡੇ ਜੇਰੇ ਨਾਲ ਚੱਲਦੇ ਤੇ ਪੀੜ ਤੱਕ ਨਾ ਮਨਾਉਂਦੇ। ਬਚਪਨ ਵੀ ਸਾਥੀਆਂ ਨਾਲ ਖੇਡਦਿਆਂ ਲੱਗਦੀ ਵਾਹ ਕਦੀ ਕਿਸੇ ਨਾਲ ਲੜਦੇ ਨਹੀਂ ਸਨ। ਖੇਡਦਿਆਂ ਜੇ ਕਿਤੇ ਉਸਦੇ ਨਾਲ ਦੇ ਲੜਕੇ ਆਪਸ ਵਿੱਚ ਲੜ ਪੈਂਦੇ ਤਾਂ ਉਸਦੇ ਦਿਲ ਉੱਤੇ ਬੜੀ ਸੱਟ ਵੱਜਦੀ ਤੇ ਉਹ ਆਪ ਉਹਨਾਂ ਚਿਰ ਸਭ ਖੇਡਾਂ ਭੁੱਲ ਜਾਂਦਾ ਜਦ ਤੱਕ ਕਿ ਉਹਨਾਂ ਦੀਆਂ ਮੁੜ ਕੇ ਗਲਵਕੜੀਆਂ ਨਾ ਪਵਾ ਦਿੰਦਾ। ਪਿੰਡਾਂ ਦੇ ਮੁੰਡੇ ਗਾਲਾਂ ਕੱਢਣ ਤੇ ਲੜਾਈ ਮੁੱਲ ਲੈਣ ਵਿੱਚ ਬੜੇ ਤਾਕ ਹੁੰਦੇ ਹਨ, ਪਰ ਤੇਜਾ ਸਿੰਘ ਨੂੰ ਤਾਂ ਮਾਨੋ ਗਾਲਾਂ ਕੱਢਣੀਆਂ ਆਉਂਦੀਆਂ ਹੀ ਨਹੀਂ ਸਨ। ਸੋਹਣਾ ਕੱਦ, ਸੁਡੌਲ ਜਿਸਮ ਤੇ ਰੰਗ ਗੋਰਾ ਨਿਸ਼ੋ, ਰੱਬ ਨੇ ਉਸ ਨੂੰ ਵੱਡੀ ਜਬੇ ਵਾਲੇ ਸੁਰਤ ਦਿੱਤੀ ਸੀ। ਉਸਦੇ ਸਾਰੇ ਹੀ ਆੜੀ ਉਸਦੀ ਈਨ ਮੰਨਦੇ ਸਨ
ਤੇ ਉਸ ਦਾ ਆਪਣੇ ਸਾਥੀਆਂ ਵਿੱਚ ਇੰਨਾ ਮਾਣ ਤੇ ਸਤਿਕਾਰ ਸੀ ਕਿ ਸਾਥੀ ਲੜ ਕੇ ਉਸਦੇ ਸਾਹਮਣੇ ਕਿਸੇ ਨਾਲ ਲੜਾਈ ਜਾਂ ਗਾਲੀ ਗਲੋਚ ਕਰਨ ਤੋਂ ਵੀ ਪੈ ਖਾਂਦੇ ਸਨ। ਸਰ ਤੇਜਾ ਸਿੰਘ 6 ਸਾਲਾਂ ਦੇ ਸੀ ਜਦੋਂ ਉਸਦਾ ਪਿਤਾ ਉਸ ਨੂੰ ਆਪਣੇ ਨਾਲ ਬਾਹਰ ਫੌਜ ਵਿੱਚ ਲੈ ਗਏ। ਉਸਨੇ ਉੱਥੇ ਹੀ ਪੜ੍ਹਾਈ ਸ਼ੁਰੂ ਕੀਤੀ, ਪਰ ਕੇਵਲ 5 ਜਮਾਤਾਂ ਹੀ ਪਾਸ ਕਰ ਸਕਿਆ ਤੇ 6ਵੀਂ ਚੜ੍ਹਿਆ ਸੀ ਕਿ ਸਕੂਲੋਂ ਹਟ ਕੇ ਘਰ ਜਾਣਾ ਪਿਆ। ਕੁਝ ਪੜ੍ਹਾਈ ਘਰ ਵਿੱਚ ਉਸਤਾਦ ਰੱਖ ਕੇ ਕੀਤੀ। ਇੰਜ 15-16 ਸਾਲ ਦੀ ਉਮਰ ਤੱਕ ਇਸ ਹੋਣਹਾਰ ਬਾਲਕ ਨੇ ਭਾਵੇਂ ਯੂਨੀਵਰਸਿਟੀ ਦਾ ਕੋਈ ਇਮਤਿਹਾਨ ਪਾਸ ਨਹੀਂ ਸੀ ਕੀਤਾ, ਤਾਂ ਵੀ ਇੰਨੀ ਕੁ ਵਿਦਿਆ ਤੇ ਗਿਆਨ ਪ੍ਰਾਪਤ ਕਰ ਲਿਆ ਸੀ ਕਿ ਉਸ ਨੂੰ ਪੜ੍ਹਿਆ ਲਿਖਿਆ ਦੀ ਸੰਗਤ ਵਿੱਚ ਵਿਚਰਦਿਆਂ ਕਦੀ ਕੋਈ ਹਾਰ ਨਹੀਂ ਸੀ ਆਈ। ਇਸ ਅਰਸੇ ਵਿੱਚ ਉਸਨੇ ਉਰਦੂ ਅਤੇ ਪੰਜਾਬੀ ਚੰਗੀ ਸਿੱਖ ਲਈ ਸੀ ਅਤੇ ਉਹ ਅੰਗਰੇਜ਼ੀ ਵੀ ਗੁਜ਼ਾਰੇ ਜੋਗੀ ਸਮਝ ਲੈਂਦੇ ਸੀ। ਗੁਰਬਾਣੀ ਨਾਲ ਆਪ ਜੀ ਨੂੰ ਖਾਸ ਪਿਆਰ ਸੀ। ਆਪ ਨਿਤਨੇਮ ਦੀਆਂ ਬਾਣੀਆਂ ਤੋਂ ਇਲਾਵਾ ਸੁਖਮਨੀ ਸਾਹਿਬ, ਆਸਾ ਦੀ ਵਾਰ, ਰਹਿਰਾਸ, ਸੋਹਿਲਾ ਆਦਿ ਸਭ ਕੰਠ ਸਨ। ਭਰੀ ਜਵਾਨੀ ਦੀ ਇਸ ਆਯੂ ਵਿੱਚ ਜਦ ਕਿ ਆਮ ਗੱਭਰੂਆਂ ਨੂੰ ਸ਼ੌਕੀਨੀਆਂ ਕਰਨ ਦਾ ਸ਼ੌਕ ਹੁੰਦਾ ਹੈ, ਉਹ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਕਰਕੇ ਨਿਤਨੇਮ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਪਿੱਛੋਂ ਹੋਰ ਕਾਰ ਵਿਹਾਰ ਵਿੱਚ ਲੱਗਦੇ। ਘਰੇਲੂ ਜੀਵਨ ਵਿੱਚ ਤੇਜਾ ਸਿੰਘ ਬਹੁਤ ਗ੍ਰਸਤ ਨਹੀਂ ਸੀ। ਕੰਮ ਕਰਨ ਨੂੰ ਨੌਕਰ ਚਾਕਰ ਤੇ ਹੋਰ ਕਾਮੇ ਬਹੁਤ ਸਨ। ਇਸ ਲਈ ਉਸ ਕੋਲ ਚੌਖੀ ਵੇਲ ਸੀ। ਇਸ ਨੂੰ ਉਸਨੇ ਬਾਕੀ ਜੱਟ ਮੁੰਡਿਆਂ ਵਾਂਗ ਪਰਿਆਂ ਵਿੱਚ ਗੱਪਾਂ ਮਾਰ ਕੇ ਨਾ ਬਿਤਾਇਆ, ਸਗੋਂ ਧਾਰਮਿਕ ਪੁਸਤਕਾਂ, ਸਿੱਖ ਇਤਿਹਾਸ ਤੇ ਗੁਰੂ ਸਾਹਿਬ ਦੇ ਮੁਤਾਲਿਆ ਵਿੱਚ ਖਰਚ ਕੀਤਾ। ਇਸ ਨੇ ਉਸ ਨੂੰ ਆਪਣੇ ਅਮੀਰ ਵਿਰਸੇ ਦੀ ਸੋਝੀ ਕਰਾਈ ਤੇ 5 ਦਰਿਆਵਾਂ ਦੀ ਇਸ ਧਰਤੀ ਤੇ ਇਸ ਦੇ ਅਣਖੀ ਯੋਧਿਆਂ ਦੇ ਕਾਰਨਾਮੇ ਦ੍ਰਿੜ ਕਰਾਏ। ਜਦੋਂ ਉਹ ਪੁਰਾਣੇ ਸਿੱਖਾਂ ਦੇ ਆਦਰਸ਼ ਜੀਵਨ ਵੱਲ ਦੇਖਦਾ ਤਾਂ ਉਹਨਾਂ ਦੀਆਂ ਧਰਮ ਅਤੇ ਕੰਮ ਲਈ ਕੀਤੀਆਂ ਕੁਰਬਾਨੀਆਂ ਚਿਤਾਰਦਾ, ਤਾਂ ਉਸ ਦੇ ਅੰਦਰ ਉਹਨਾਂ ਵਰਗਾ ਹੀ ਇੱਕ ਉੱਚਾ ਸੁੱਚਾ ਸਿੱਖ ਬਣਨ ਤੇ ਕੌਮ ਦੀ ਸੇਵਾ ਕਰਨ ਦਾ ਜਜ਼ਬਾ ਠਾਠਾ ਮਾਰਨ ਲੱਗ ਪੈਂਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅਧਿਐਨ ਨੇ ਸਰਦਾਰ ਤੇਜਾ ਸਿੰਘ ਨੂੰ ਚੰਗਾ ਚਿੰਤਕ ਬਣਾ ਦਿੱਤਾ। ਉਹ ਪਾਠ ਖੁੱਭ ਕੇ ਅਰਥਾਂ ਦੀ ਆਤਮਾ ਵਿੱਚ ਜਾ ਕੇ ਕਰਦੇ। ਇਸ ਲਈ ਉਸਦੇ ਪਾਠ ਵਿੱਚ ਰਸ ਹੁੰਦਾ ਤੇ ਉਸਦਾ ਸਿੱਕਾ ਉਸ ਸਮੇਂ ਦੇ ਵੱਡੇ ਵੱਡੇ ਪਾਠੀ ਮੰਨਦੇ। ਉਹਨਾਂ ਦੇ ਇੱਕ ਨਿਕਟਵਰਤੀ ਰਿਸ਼ਤੇਦਾਰ ਬਾਬਾ ਕੇਹਰ ਸਿੰਘ ਜੀ ਪੱਟੀ, ਜਿਨ੍ਹਾਂ ਦਾ ਜ਼ਿਕਰ ਜਿਹੜੀ ਅਸੀਂ ਅੱਗੇ ਵੀ ਕਰਾਂਗੇ, ਚੰਗੇ ਸਿੱਖੀ ਖਿਆਲਾਂ ਵਾਲੇ ਗੁਰਮੁਖ ਸਨ। ਇਹਨਾਂ ਦੀ ਪ੍ਰੇਰਨਾ ਨਾਲ ਉਸ ਸਮੇਂ ਸਰਦਾਰ ਤੇਜਾ ਸਿੰਘ ਨੇ ਜਿਹੜੇ ਹਨ ਉਹ ਸਹਿਜ ਪਾਠਾਂ ਦੀ ਲੜੀ ਜਿਹੜੀ ਹੈ ਉਹ ਆਪਣੇ ਜੀਵਨ ਵਿੱਚ ਸ਼ੁਰੂ ਕੀਤੀ। ਪਾਠ ਕਰਨ ਵਿੱਚ ਸਭ ਤੋਂ ਵਧੇਰੇ ਮੋਹਰੀ ਹੋ ਕੇ ਨੌਜਵਾਨ ਸਰਦਾਰ ਤੇਜਾ ਸਿੰਘ ਹੀ ਜਿਹੜੇ ਹਨ ਉਹ ਹਿੱਸਾ ਪਾਉਂਦੇ ਸਨ ਸਹਿਜ ਪਾਠਾਂ ਦੀ ਲੜੀ ਵਿੱਚ। ਇਸ ਪਿੱਛੋਂ ਅਖੰਡ ਪਾਠ ਵੀ ਰੱਖੇ ਗਏ ਤੇ ਜਿਨ੍ਹਾਂ ਵਿੱਚ ਵੀ ਭਾਈ ਤੇਜਾ ਸਿੰਘ ਜੀ ਵੱਧ ਚੜ ਕੇ ਹਿੱਸਾ ਲੈਂਦੇ ਰਹੇ। ਫਿਰ ਇੱਕ ਹੋਰ ਜਿਹੜੇ ਹਨ ਉਹ ਪਾਠ ਵੀ ਆਰੰਭ ਕਰਾਏ ਤੇ ਉਸ ਦੇ ਵਿੱਚ ਵੀ ਜ਼ਿਆਦਾ ਹਿੱਸਾ ਜਿਹੜਾ ਹੈ ਉਹ ਭਾਈ ਤੇਜਾ ਸਿੰਘ ਦਾ ਸੀ। ਭਾਈ ਤੇਜਾ ਸਿੰਘ ਜੀ ਗੁਰਬਾਣੀ ਦੇ ਅਧਿਐਨ ਨਾਲ ਅਖਬਾਰਾਂ ਦੇ ਪੜ੍ਹਨ ਪੜ੍ਹਾਉਣ ਦਾ ਸਿਲਸਿਲਾ ਵੀ ਨਾਲ ਚਲਾਇਆ। ਨੌਜਵਾਨ ਤੇਜਾ ਸਿੰਘ ਉਸ ਵੇਲੇ ਪੰਜਾਬੀ ਤੇ ਉਰਦੂ ਵਿੱਚ ਛਪਦੇ ਪੈਂਫਲੇਟ ਤੇ ਅਖਬਾਰ ਧਿਆਨ ਨਾਲ ਪੜ੍ਹਦੇ ਤੇ ਉਹਨਾਂ ਵਿੱਚ ਦਰਜ ਘਟਨਾਵਾਂ ਉੱਪਰ ਖੁੱਲੀ ਡੁੱਲੀ ਵਿਚਾਰ ਕਰਦੇ। ਇਸ ਚੀਜ਼ ਨੇ ਉਸ ਨੂੰ ਸਮਕਾਲੀ ਸਮਾਜਕ ਤੇ ਭਾਈਚਾਰਕ ਸਮੱਸਿਆਵਾਂ ਦਾ ਚੰਗਾ ਗਿਆਨ ਕਰਵਾ ਦਿੱਤਾ। ਪੰਜਾਬੀ ਤੋਂ ਬਿਨਾਂ ਉਹ ਅੰਗਰੇਜ਼ੀ ਤੇ ਉਰਦੂ ਵੀ ਗੁਜ਼ਾਰੇ ਮਾਫਕ ਪੜ੍ਹ ਲੈਂਦੇ ਸਨ। ਅੰਗਰੇਜ਼ੀ ਸੰਬੰਧੀ ਆਪ ਜੀ ਦੀ ਜਾਣਕਾਰੀ ਦਾ ਜ਼ਿਕਰ ਉੱਪਰ ਅਸੀਂ ਕਰ ਬੈਠੇ ਹਾਂ। ਇਹ ਉਹ ਸਮਝ ਤਾਂ ਲੈਂਦਾ ਸੀ, ਪਰ ਲਿਖਣ ਤੇ ਬੋਲਣ ਦਾ ਅਭਿਆਸ ਨਹੀਂ ਸੀ। ਚਿੱਠੀ ਪੱਤਰ ਆਪ ਜੀ ਆਮ ਕਰਕੇ ਪੰਜਾਬੀ ਜਾਂ ਉਰਦੂ ਵਿੱਚ ਹੀ ਕਰਿਆ ਕਰਦੇ ਸਨ। ਸਰਦਾਰ ਤੇਜਾ ਸਿੰਘ ਬਚਪਨ ਤੋਂ ਹੀ ਬਚਨ ਦਾ ਪੂਰਾ ਤੇ ਕਰਨੀ ਦਾ ਸੂਰਾ ਸੀ। ਬਾਬਾ ਕੇਹਰ ਸਿੰਘ ਰਿਸ਼ਤੇ ਵਿੱਚੋਂ ਉਸਦੇ ਦੂਰੋਂ ਨੇੜਿਓਂ ਚਾਚੇ ਲੱਗਦੇ ਸਨ, ਪਰ ਉਸਨੇ ਉਹਨਾਂ ਨੂੰ ਧਰਮ ਦਾ ਪਿਤਾ ਬਣਾਇਆ ਹੋਇਆ ਸੀ। ਤੇਜਾ ਸਿੰਘ 11-12 ਸਾਲਾਂ ਦਾ ਸੀ ਕਿ ਇੱਕ ਦਿਨ ਬਾਬਾ ਕੇਹਰ ਸਿੰਘ ਨਾਲ ਰਾਹ ਵਿੱਚ ਕਿਤੇ ਮੇਲ ਹੋ ਗਿਆ। ਨੌਜਵਾਨ ਤੇਜਾ ਸਿੰਘ ਨੇ ਝੁੱਕ ਕੇ ਬਾਬਾ ਜੀ ਦੇ ਪੈਰੀਂ ਹੱਥ ਲਾਇਆ। ਅੱਗੋਂ ਬਾਬਾ ਜੀ ਵੀ ਗੁਰਸਿੱਖੀ ਰੀਤ ਅਨੁਸਾਰ ਇਹਨਾਂ ਦੇ ਪੈਰੀਂ ਹੱਥ ਲਾਉਣ ਲਈ ਝੁਕੇ। ਸਰਦਾਰ ਤੇਜਾ ਸਿੰਘ ਪਰੇ ਹਟ ਗਏ ਤੇ ਬੇਨਤੀ ਕੀਤੀ, ਬਾਪੂ ਜੀ ਇਹ ਕੀ, ਤੁਸੀਂ ਮੇਰੇ ਪੈਰੀਂ ਕਿਉਂ ਹੱਥ ਲਾਉਣ ਲੱਗੇ? ਤਾਂ ਬਾਬਾ ਕੇਹਰ ਸਿੰਘ ਨੇ ਕਿਹਾ, ਤੂੰ ਜੋ ਮੇਰੇ ਪੈਰਾਂ ਨੂੰ ਹੱਥ ਲਾਇਆ। ਤਾਂ ਤੇਜਾ ਸਿੰਘ ਨੇ ਕਿਹਾ, ਬਾਪੂ ਜੀ ਤੁਸੀਂ ਮੇਰੇ ਵੱਡੇ ਵਡੇਰੇ ਹੋ,
ਆਦਰ ਕਰਨਾ ਤੇ ਆਸ਼ੀਰਵਾਦ ਲੈਣਾ ਮੇਰਾ ਹੱਕ ਬਣਦਾ ਹੈ। ਨਾਲੇ ਮੈਂ ਆਪ ਜੀ ਨੂੰ ਪਿਤਾ ਸਮਾਨ ਸਮਝਦਾ ਹਾਂ। ਤੁਸੀਂ ਮੇਰੇ ਧਰਮ ਪਿਤਾ ਹੋ। ਬਾਬਾ ਜੀ ਨੇ ਕਿਹਾ, ਬਾਪੂ ਬੀਬਾ ਬਾਪੂ ਕਹਿਣਾ ਸੌਖਾ ਹੈ, ਪਰ ਨਿਭਾਉਣਾ ਔਖਾ ਹੈ। ਤੇਜਾ ਸਿੰਘ ਨੇ ਕਿਹਾ, ਬਾਪੂ ਜੀ ਮੈਨੂੰ ਆਸ਼ੀਰਵਾਦ ਦਿਓ, ਮੈਂ ਨਿਭਾ ਕੇ ਵਿਖਾ ਦਿਆਂਗਾ। ਇਸ ਉੱਤੇ ਬਾਬਾ ਜੀ ਨੇ 3 ਵੇਰ ਦੁਹਰਾ ਕੇ ਕਿਹਾ, ਤੇਜਾ ਸਿੰਘ ਹੱਠ ਨਾ ਕਰ, ਵਚਨ ਨਿਭਾਉਣਾ ਔਖਾ ਹੈ। ਪਰ ਤੇਜਾ ਸਿੰਘ ਨੇ 3 ਵਾਰ ਕਿਹਾ, ਬਾਪੂ ਜੀ ਤੁਸੀਂ ਮੈਨੂੰ ਆਸ਼ੀਰਵਾਦ ਦਿਓ ਤੇ ਮੈਂ ਨਿਭਾ ਕੇ ਦਿਖਾ ਦਿਆਂਗਾ। ਬਾਬਾ ਕੇਰ ਸਿੰਘ ਨੌਜਵਾਨ ਲੜਕੀ ਦੀ ਹਲੀਮੀ ਤੇ ਹੱਠ ਦੇਖ ਕੇ ਚਕਰਤ ਰਹਿ ਗਏ। ਉਹਨਾਂ ਨੇ ਤੇਜਾ ਸਿੰਘ ਨੂੰ ਆਸ਼ੀਰਵਾਦ ਦਿੱਤਾ ਤੇ ਉਸ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਤੇ ਪਿਆਰ ਭਰੀ ਅਸੀਸ ਦਿੱਤੀ ਕਿ ਬੱਚਾ ਤੈਨੂੰ ਸਤਿਗੁਰ ਇਹ ਪ੍ਰਣ ਨਿਭਾਉਣ ਦਾ ਬਲ ਬਖਸ਼ੇ। ਸੰਸਾਰ ਜਾਣਦਾ ਹੈ ਕਿ ਸਰਦਾਰ ਤੇਜਾ ਸਿੰਘ ਨੇ ਆਪਣੇ ਕੀਤੇ ਬਚਨ ਨੂੰ ਕਿਸ ਤਨਦੇਹੀ ਨਾਲ ਨਿਭਾਇਆ। ਇੰਜ ਸ਼ਾਇਦ ਕਿਸੇ ਸੱਕੇ ਪੁੱਤਰ ਨੇ ਵੀ ਮੁਸ਼ਕਲ ਨਾਲ ਹੀ ਨਿਭਾਇਆ ਹੋਵੇ। ਅੰਤ ਤੱਕ ਉਹਨਾਂ ਦਾ ਇਹ ਨੇਮ ਰਿਹਾ, ਬਾਬਾ ਜੀ ਦੇ ਕੱਪੜੇ ਆਪਣੀ ਹੱਥੀਂ ਧੋਣੇ, ਇਸ਼ਨਾਨ ਕਰਾਉਣਾ ਤੇ ਹਰ ਤਰ੍ਹਾਂ ਦੀ ਸੇਵਾ ਆਪਣੇ ਹੱਥੀਂ ਪੁੱਤਰਾਂ ਤੋਂ ਵੀ ਵੱਧ ਕਰਨੀ। ਜਦ ਘਰੇ ਘਰ ਆਉਣਾ ਤਾਂ ਬਾਬਾ ਜੀ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹਿਣਾ। ਬਾਬਾ ਜੀ ਨੇ ਵੀ ਅਖੀਰ ਤੱਕ ਇਸ ਰਿਸ਼ਤੇ ਨੂੰ ਬਜ਼ੁਰਗਾਂ ਵਾਂਗ ਨਿਭਾਇਆ। ਜਦ ਮਿਲਣਾ, ਤੇਜਾ ਸਿੰਘ ਨੂੰ ਘੁੱਟ ਕੇ ਛਾਤੀ ਨਾਲ ਲਾਣਾ ਅਤੇ ਮੂੰਹ ਤੇ ਪਿਆਰ ਦੇਣਾ। ਜੇਲ੍ਹ ਵਿੱਚ ਜਦ ਕਦੀ ਬਾਬਾ ਜੀ ਮਿਲਣ ਜਾਂਦੇ, ਉਹ ਇਹਨਾਂ ਨੂੰ ਆਪਣੇ ਪੁੱਤਰ ਵਾਂਗ ਛਾਤੀ ਨਾਲ ਲਾ ਕੇ ਪਿਆਰ ਦਿੰਦੇ। ਬਾਬਾ ਜੀ ਨੂੰ ਜਦ ਕਿਸੇ ਚੀਜ਼ ਦੀ ਤੰਗੀ ਮਹਿਸੂਸ ਹੁੰਦੀ ਤਾਂ ਤੇਜਾ ਸਿੰਘ ਔਖੇ ਹੋ ਕੇ ਵੀ ਉਹਨਾਂ ਦੀ ਲੋੜ ਪੂਰੀ ਕਰਦੇ। ਇਸ ਤਰ੍ਹਾਂ ਬਾਬਾ ਜੀ ਵੀ ਪੀੜਾ ਸਮੇਂ ਤੇਜਾ ਸਿੰਘ ਕੋਲ ਆ ਪਹੁੰਚਦੇ। ਇੱਕ ਵੇਰ ਠੇਕਿਆਂ ਵਿੱਚ ਬਾਬਾ ਜੀ ਨੂੰ ਬਹੁਤ ਸਾਰਾ ਘਾਟਾ ਪਿਆ। ਜਦ ਤੇਜਾ ਸਿੰਘ ਨੂੰ ਪਤਾ ਲੱਗਾ ਤਾਂ ਲਗਭਗ 10,000 ਰੁਪਏ ਨਗਦ ਆਪਣੇ ਪਿਤਾ ਜੀ ਨੂੰ ਦੱਸੇ ਬਗੈਰ ਬਾਬਾ ਜੀ ਨੂੰ ਦੇ ਆਏ ਤੇ ਉਹਨਾਂ ਦੇ ਅੱਗੇ ਰੱਖ ਦਿੱਤੇ। ਲਓ ਬਾਬਾ ਜੀ, ਤੁਸੀਂ ਆਪਣੀ ਲੋੜ ਪੂਰੀ ਕਰ ਲਓ। ਬਾਬਾ ਕੇਰ ਸਿੰਘ ਉਸ ਨੂੰ ਵਰਤ ਕੇ ਮੁੜ ਕਾਇਮ ਹੋ ਗਏ। ਕੁਰਬਾਨੀ ਦੇ ਪੁੰਜ ਸਰਦਾਰ ਤੇਜਾ ਸਿੰਘ ਨੇ ਇਸ ਗੱਲ ਦੀ ਕਿਸੇ ਦੂਜੇ ਨੂੰ ਭਿਣਕ ਤੱਕ ਨਾ ਪੈਣ ਦਿੱਤੀ। ਉਸ ਦੀ ਇਸ ਗੁਪਤ ਕੁਰਬਾਨੀ ਦਾ ਪਤਾ ਬਹੁਤ ਪਿੱਛੋਂ ਜਾ ਕੇ ਲੋਕਾਂ ਨੂੰ ਲੱਗਾ। ਆਪਣੀ ਥਾਂ ਬਾਬਾ ਜੀ ਨੇ ਵੀ ਪੂਰੀ ਤਰ੍ਹਾਂ ਅੰਗ ਪਾਲਿਆ, ਪਰ ਇਸ ਦਾ ਜ਼ਿਕਰ ਅਸੀਂ ਅੱਗੇ ਚੱਲ ਕੇ ਵੀ ਕਿਤੇ ਕਰਾਂਗੇ। ਪਿਆਰ ਵਸ ਜਿਹੜੇ ਹਨ, ਉਹ ਜਿਵੇਂ ਮੈਂ ਅੱਗੇ ਬੇਨਤੀ ਕੀਤੀ ਹੈ ਕਿ ਸਾਰਿਆਂ ਦੇ ਨਾਲ ਹੀ ਉਹ ਪਿਆਰ ਨਾਲ ਹੀ ਪੇਸ਼ ਆਉਂਦੇ ਸਨ। ਤੇ ਆ ਹੁਣ ਥੋੜੀ ਜਿਹੀ ਨੌਕਰੀ, ਬਾਬਾ ਜੀ ਦੇ ਨੌਕਰੀ ਤੇ ਵਿਆਹ ਦੀ ਗੱਲ ਆਪ ਜੀ ਦੇ ਨਾਲ ਸਾਂਝੀ ਕਰੀਏ। ਤੇਜਾ ਸਿੰਘ ਦੇ ਪਿਤਾ ਨੇ ਆਪਣੀ ਇਕਲੌਤੇ ਪੁੱਤਰ ਦੀ ਸ਼ਾਦੀ 10 ਸਾਲ ਦੀ ਛੋਟੀ ਉਮਰ ਵਿੱਚ ਹੀ ਕਰ ਦਿੱਤੀ। ਇਹ ਸ਼ਾਦੀ ਪਿੰਡ ਢੋਟੀਆਂ, ਜ਼ਿਲ੍ਹਾ ਅੰਮ੍ਰਿਤਸਰ ਦੇ ਸੂਬੇਦਾਰ ਸਰਦਾਰ ਜੇਠਾ ਸਿੰਘ ਜੀ ਦੀ ਸਪੁੱਤਰੀ ਬੀਬੀ ਰਾਮ ਕੌਰ ਨਾਲ 7 ਹਾੜ ਸੰਮਤ 1948 ਬਿਕਰਮੀ ਮੁਤਾਬਕ 1891 ਈਸਵੀ ਨੂੰ ਹੋਈ। ਸ਼ਾਦੀ ਕੀਤਿਆਂ 10 ਸਾਲ ਲੰਘ ਗਏ, ਪਰ ਤੇਜਾ ਸਿੰਘ ਦੇ ਘਰ ਕੋਈ ਸੰਤਾਨ ਨਾ ਹੋਈ। ਤਾਂ ਉਸ ਦਾ ਜ਼ਿਕਰ ਜਿਹੜਾ ਹੈ, ਉਸ ਵੇਲੇ ਆਪ ਜੀ ਦੀ ਆਯੂ 20 ਸਾਲਾਂ ਦੀ ਹੀ ਹੋਈ ਸੀ। ਪਰ ਮਾਪਿਆਂ ਨੇ ਪੋਤਰੇ ਖਿਡਾਉਣ ਦੀ ਸੱਧਰ ਹੁੰਦੀ ਹੈ ਤੇ ਭੈਣਾਂ ਨੂੰ ਜਿਹੜੇ ਹਨ ਉਹ ਭਤੀਜੇ ਦੇਖਣ ਦਾ ਚਾਹ ਹੁੰਦਾ ਹੈ। ਤਾਂ ਤੇਜਾ ਸਿੰਘ ਦੀਆਂ 2 ਭੈਣਾਂ ਸਨ, ਬੀਬੀ ਆਸ ਕੌਰ ਤੇ ਬੀਬੀ ਦਾਤ ਕੌਰ। ਉਹਨਾਂ ਨੇ ਆਪਣੇ ਵੀਰ ਦੀ ਦੂਜੀ ਸ਼ਾਦੀ ਕਰਾਉਣ ਉਤੇ ਜ਼ੋਰ ਦਿੱਤਾ। ਇਹ ਜ਼ੋਰ ਦੇਣ ਦਾ ਇੱਕ ਕਾਰਨ ਇਹ ਵੀ ਸੀ ਕਿ ਸ਼ਰੀਕੇ ਵਿੱਚ ਸਰਦਾਰ ਗੁਰਬਖਸ਼ ਸਿੰਘ ਦੇ ਪਿਤਾ ਦੀਆਂ 2 ਸ਼ਾਦੀਆਂ ਸਨ। ਇਸ ਲਈ ਸਰਦਾਰ ਤੇਜਾ ਸਿੰਘ ਦੀਆਂ ਭੈਣਾਂ ਵੀ ਬਹੁਤ ਖਹਿੜੇ ਪੈ ਗਈਆਂ ਕਿ ਅਸੀਂ ਆਪਣੇ ਵੀਰ ਦੀਆਂ 2 ਸ਼ਾਦੀਆਂ ਕਰਵਾਉਣੀਆਂ ਹਨ। ਜਦ ਇਸ ਸੰਕਲਪ ਨੂੰ ਅਮਲੀ ਸ਼ਕਲ ਦੇਣ ਦਾ ਵੇਲਾ ਆਇਆ ਤਾਂ ਸਰਦਾਰ ਤੇਜਾ ਸਿੰਘ ਦੇ ਮਾਤਾ ਜੀ ਨੇ ਫਲਾਈਆਂ ਵਾਲੇ ਬਾਬਿਆਂ ਕਾਹਨ ਸਿੰਘ ਨਾਲ ਗੱਲ ਕੀਤੀ ਕਿ ਤੁਹਾਡੇ ਜੀ ਦੀ ਦੂਜੀ ਸ਼ਾਦੀ ਕਰਨ ਲੱਗੇ ਆ। ਤਾਂ ਬਾਬਾ ਜੀ ਨੇ ਅੱਗੋਂ ਪੁੱਛਿਆ, ਕਿਉਂ? ਇਸ ਉੱਤੇ ਇਹਨਾਂ ਦੇ ਮਾਤਾ ਜੀ ਨੇ ਕਿਹਾ, ਬਾਬਾ ਜੀ ਪਹਿਲੀ ਤੋਂ ਕੋਈ ਅੰਸ਼ ਨਹੀਂ ਹੈ। ਤਾਂ ਬਾਬਾ ਜੀ ਨੇ ਕਿਹਾ, ਅੰਸ਼ ਨਹੀਂ ਹੁੰਦੀ, ਕਿਉਂ? ਉਸ ਦੀ ਕੁੱਖ ਵਿੱਚੋਂ ਪੈਦਾ ਹੋਈ ਸੰਤਾਨ ਤਾਂ ਬੜੀ ਪ੍ਰਸਿੱਧ ਹੋਣੀ ਹੈ। ਉਂਝ ਕੋਈ ਗੱਲ ਨਹੀਂ, ਸਰਦਾਰ ਦੇ ਲੜਕੇ 2-2 ਸ਼ਾਦੀਆਂ ਕਰਵਾ ਲੈਂਦੇ ਹਨ। ਤੁਸੀਂ ਚਾਹੋ ਤਾਂ ਸ਼ਾਦੀ ਕਰ ਦਿਓ, ਪਰ ਸਰਦਾਰੀ ਪਹਿਲੀ ਇਸਤਰੀ ਦੀ ਹੀ ਰਹੇਗੀ। ਇੰਜ ਭੈਣਾਂ ਦੀਆਂ ਸੱਧਰਾਂ ਤੇ ਮਾਪਿਆਂ ਦੀਆਂ ਉਮੰਗਾਂ ਪੂਰੀਆਂ ਕਰਨ ਲਈ ਸਰਦਾਰ ਤੇਜਾ ਸਿੰਘ ਦੀ ਦੂਜੀ ਸ਼ਾਦੀ ਹੋ ਗਈ। ਦੂਜੀ ਪਤਨੀ ਦਾ ਨਾਮ ਸ਼ਾਮ ਕੌਰ ਤੇ ਇਹ ਨਵਾਂ ਚੰਦ ਦਾ ਫਿਰੋਜ਼ਪੁਰ ਦੇ ਸਰਦਾਰ ਜੀਤਾ ਸਿੰਘ ਜੀ ਦੀ ਸਪੁੱਤਰੀ ਸੀ। ਇਹ ਸ਼ਾਦੀ 21 ਫੱਗਣ ਸੰਮਤ 1958 ਬਿਕਰਮੀ ਮੁਤਾਬਕ 1901 ਈਸਵੀ ਨੂੰ ਹੋਈ। ਦਾਤੇ ਦਾ ਅੰਤ ਕਿਸਨੇ ਪਾਇਆ ਹੈ? ਦੂਜੇ ਵਿਆਹ ਦੇ ਅਗਲੇ ਸਾਲ ਹੀ ਪਹਿਲੀ ਪਤਨੀ ਬੀਬੀ ਰਾਮ ਕੌਰ ਦੀ ਕੁੱਖ ਹਰੀ ਹੋ ਗਈ ਤੇ 5 ਪੋਹ ਸ਼ੁੱਕਰਵਾਰ ਸੰਮਤ 1959 ਬਿਕਰਮੀ ਮੁਤਾਬਕ
1902 ਈਸਵੀ ਨੂੰ ਸਰਦਾਰ ਤੇਜਾ ਸਿੰਘ ਦੇ ਘਰ ਸਭ ਤੋਂ ਵੱਡੇ ਪੁੱਤਰ ਸਾਹਿਬ ਸਿੰਘ ਨੇ ਜਨਮ ਲਿਆ। ਇਸ ਪਿੱਛੋਂ ਬੀਬੀ ਰਾਮ ਕੌਰ ਦੀ ਕੁੱਖੋਂ 3 ਲੜਕੇ ਹੋਰ ਜਨਮੇ ਤੇ ਇੱਕ ਬੀਬੀ ਵੀ ਹੋਈ। ਇਹਨਾਂ ਵਿੱਚੋਂ ਇੱਕ ਲੜਕਾ ਅਕਾਲ ਚਲਾਣਾ ਕਰ ਗਿਆ। ਜੀਵਤ ਔਲਾਦ ਵਿੱਚ ਦੂਜੇ ਦਾ ਨਾਮ ਸਰਦਾਰ ਮਾਨ ਸਿੰਘ, ਤੀਜੇ ਦਾ ਬਿਸ਼ਨ ਸਿੰਘ ਅਤੇ ਬੀਬੀ ਦਾ ਸਤਵੰਤ ਕੌਰ ਜਾਂ ਸੀ। ਇਹਨਾਂ ਬੱਚਿਆਂ ਦੀ ਮਾਤਾ ਸਰਦਾਰ ਤੇਜਾ ਸਿੰਘ ਦੇ ਜਿਉਂਦੇ ਜੀ ਹੀ ਸਵਰਗਵਾਸ ਹੋ ਗਈ। ਸਰਦਾਰ ਜੀ ਦੀ ਦੂਜੀ ਪਤਨੀ ਬੀਬੀ ਸ਼ਾਮ ਕੌਰ ਨੂੰ ਵੀ ਕਰਤਾਰ ਨੇ 2 ਭੁਚੰਗੀ ਬਖਸ਼ੇ। ਵੱਡਾ ਸਰਦਾਰ ਹਰਚਰਨ ਸਿੰਘ, ਜਿਸ ਦਾ ਨਾਮ ਜਨਮ 1910 ਈਸਵੀ ਨੂੰ ਹੋਇਆ, ਅਤੇ ਦੂਜਾ ਸਰਦਾਰ ਮਹਿੰਦਰ ਸਿੰਘ, ਜੋ ਪਰਿਵਾਰ ਵਿੱਚ ਸਭ ਤੋਂ ਛੋਟਾ ਹੈ। ਵੱਡੇ ਪਤਨੀ ਜੀ ਦੇ ਗੁਜ਼ਰ ਜਾਣ ਤੋਂ ਮਗਰੋਂ ਸਰਦਾਰ ਤੇਜਾ ਸਿੰਘ ਜੀ ਦੇ ਆਪ ਅਕਾਲ ਚਲਾਣਾ ਕਰ ਜਾਣ ਤੇ ਸਾਰੇ ਬੱਚਿਆਂ ਦੀ ਪਾਲਣਾ ਤੇ ਪਰਿਵਾਰ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਮਾਤਾ ਸ਼ਾਮ ਕੌਰ ਦੇ ਸਿਰ ਆਈ, ਜੋ ਇਹਨਾਂ ਨੇ ਬੜੇ ਸਨੇਹ ਤੇ ਪਿਆਰ ਨਾਲ ਨਿਭਾਈ। ਇਸ ਵਿੱਚ ਸਰਦਾਰ ਤੇਜਾ ਸਿੰਘ ਦੇ ਵੱਡੇ ਸਪੁੱਤਰ ਸਰਦਾਰ ਸਾਹਿਬ ਸਿੰਘ ਨੇ ਵੀ ਜਿਹੜਾ ਹੈ ਯੋਗਦਾਨ ਪਾਇਆ। ਸਰਦਾਰ ਤੇਜਾ ਸਿੰਘ ਦੇਸ਼ ਆਜ਼ਾਦੀ ਤੇ ਪੰਥਕ ਭਲਾਈ ਦੇ ਕੰਮਾਂ ਵਿੱਚ ਜੁਟ ਗਏ ਤਾਂ ਸਾਰਾ ਵਕਤ ਘਰੋਂ ਬਾਹਰ ਰਹਿਣ ਲੱਗੇ। ਉਦੋਂ ਨਨਕਾਣਾ ਸਾਹਿਬ ਦਾ ਸਾਕਾ ਹਾਲੀ ਵਾਪਰਿਆ ਸੀ। ਵੱਡਾ ਪੁੱਤਰ ਸਾਹਿਬ ਸਿੰਘ ਉਦੋਂ ਖਾਲਸਾ ਕਾਲਜ ਅੰਮ੍ਰਿਤਸਰ ਦੀ 11ਵੀਂ ਜਮਾਤ ਵਿੱਚ ਪੜ੍ਹਦਾ ਸੀ। ਸਰਦਾਰ ਤੇਜਾ ਸਿੰਘ ਨਨਕਾਣਾ ਸਾਹਿਬ ਦੇ ਪ੍ਰਬੰਧ ਤੇ ਹੋਰ ਗੁਰਦੁਆਰਿਆਂ ਦੀ ਆਜ਼ਾਦੀ ਦੇ ਘੋਲ ਵਿੱਚ ਲੱਗੇ ਹੋਏ ਸਨ। ਉਹਨਾਂ ਇੱਕ ਦਿਨ ਸਰਦਾਰ ਸਾਹਿਬ ਸਿੰਘ ਨੂੰ ਬੁਲਾ ਕੇ ਕਿਹਾ, ਕਾਕਾ ਤੂੰ ਪੜ੍ਹਾਈ ਛੱਡ ਦੇ, ਸਾਡੇ ਕੰਮ ਦਾ ਪਤਾ ਨਹੀਂ ਇਹ ਕਦੋਂ ਮੁੱਕੇ ਜਾਂ ਨਾ ਮੁੱਕੇ, ਇਸ ਲਈ ਤੂੰ ਚੱਲ ਕੇ ਘਰ ਦਾ ਖੇਤੀ ਦਾ ਕੰਮ ਸੰਭਾਲ, ਕਿ ਘਰ ਦਾ ਕੰਮ ਤੁਰਿਆ ਰਹੇ ਤੇ ਕੋਈ ਨੁਕਸਾਨ ਨਾ ਹੋਵੇ। ਸਾਹਿਬ ਸਿੰਘ ਨੇ ਪਿਤਾ ਜੀ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਪੜ੍ਹਾਈ ਛੱਡ ਦਿੱਤੀ ਤੇ ਘਰ ਦੇ ਕੰਮ ਨੂੰ ਜਾ ਸੰਭਾਲਿਆ। ਇਹ ਸਰਦਾਰ ਤੇਜਾ ਸਿੰਘ ਨੂੰ ਘਰ ਦੇ ਫਿਕਰਾਂ ਤੋਂ ਨਿਸ਼ਚਿੰਤ ਹੋ ਕੇ ਨਾ ਕੇਵਲ ਖੇਤੀਬਾੜੀ ਦਾ ਕੰਮ ਸੰਭਾਲਿਆ, ਸਗੋਂ ਭਰਾਵਾਂ ਦੀ ਤਾਲੀਮ ਦਾ ਵੀ ਯੋਗ ਪ੍ਰਬੰਧ ਕੀਤਾ। ਅਕਾਲੀ ਮੋਰਚਾ ਸਮੇਂ ਪਰਿਵਾਰ ਨੇ ਹੋਰ ਤਰ੍ਹਾਂ ਵੀ ਆਪ ਨੂੰ ਬਹੁਤ ਮਿਲਵਰਤਨ ਦਿੱਤੀ। ਆਪ ਬਾਹਰ ਮੋਰਚਿਆਂ ਤੇ ਪੰਥਕ ਕੰਮਾਂ ਵਿੱਚ ਜੁਟੇ ਹੋਏ ਹੁੰਦੇ ਸਨ। ਇਹਨਾਂ ਕੰਮਾਂ ਲਈ ਜਦੋਂ ਕਦੇ ਵੀ ਮਾਇਆ ਜਾਂ ਕਿਸੇ ਹੋਰ ਚੀਜ਼ ਦੀ ਲੋੜ ਪੈਂਦੀ ਤਾਂ ਆਪ ਝੱਟ ਘਰ ਸੁਨੇਹਾ ਘੱਲ ਦਿੰਦੇ। ਪਰਿਵਾਰ ਉਹਨਾਂ ਨੂੰ ਤੁਰੰਤ ਉਹ ਚੀਜ਼ ਜਿੱਥੇ ਉਹ ਕਹਿੰਦੇ ਪਹੁੰਚਾ ਦਿੰਦੇ। ਆਪਣੇ ਘਰੋਂ ਮਾਤਾ ਜੀ ਨੇ ਕਈ ਵਾਰ ਖੱਦਰ ਦੇ 100 ਕਛਹਿਰੇ ਸਿਉਂ ਕੇ ਸਿੰਘਾਂ ਲਈ ਮੋਰਚਿਆਂ ਵਿੱਚ ਭੇਜੇ ਤੇ ਹੋਰ ਹਰ ਤਰ੍ਹਾਂ ਦੀ ਕੁਰਬਾਨੀ ਕੀਤੀ। ਜਦੋਂ ਸਰਦਾਰ ਤੇਜਾ ਸਿੰਘ ਨੇ ਜਵਾਨੀ ਵਿੱਚ ਕਦਮ ਰੱਖਿਆ ਸੀ ਤਾਂ ਇਹਨਾਂ ਦੇ ਪਿਤਾ ਨੇ 18 ਸਾਲ ਦੀ ਉਮਰ ਵਿੱਚ ਇਹਨਾਂ ਨੂੰ 22 ਨੰਬਰ ਰਸਾਲੇ ਵਿੱਚ ਦਫੇਦਾਰੀ ਭਰਤੀ ਕਰਵਾ ਦਿੱਤੀ। ਇਹ ਗੱਲ 1899 ਈਸਵੀ ਦੀ ਹੈ। ਇਹ ਰਿਸਾਲਾ ਸੀ ਜਿਸ ਵਿੱਚ ਇਹਨਾਂ ਦੇ ਪਿਤਾ ਆਪ ਰਿਸਾਲਦਾਰ ਮੇਜਰ ਰਹੇ ਸਨ। ਸਰਦਾਰ ਤੇਜਾ ਸਿੰਘ ਇਤਨੇ ਕਾਬਲ ਸਨ ਕਿ ਉਹਨਾਂ ਨੇ ਥੋੜੇ ਦਿਨਾਂ ਵਿੱਚ ਹੀ ਆਪਣੀ ਕਾਬਲੀਅਤ ਤੇ ਸਮਝ ਦੇ ਚਮਤਕਾਰ ਵਿਖਾ ਦਿੱਤੇ। ਆਪ ਨੇ ਕੁਝ ਦਿਨਾਂ ਵਿੱਚ ਹੀ ਸਾਰਾ ਕੰਮ ਸਿੱਖ ਲਿਆ ਤੇ ਫਿਰ ਉਸ ਟੋਲੀ ਵਿੱਚ ਹੀ ਰੰਗਰੂਟਾਂ ਦੇ ਇੰਸਪੈਕਟਰ ਤੇ ਉਸਤਾਦ ਮੁਕਰਰ ਹੋ ਗਏ, ਜਿਸ ਵਿੱਚ ਉਹਨਾਂ ਨੇ ਆਪ ਕੰਮ ਸਿੱਖਿਆ ਸੀ। ਸਰਦਾਰ ਤੇਜਾ ਸਿੰਘ ਬਚਪਨ ਤੋਂ ਹੀ ਆਚਾਰ ਦੇ ਸੱਚੇ ਤੇ ਸੁੱਚੇ ਵਿਹਾਰ ਦੇ ਸਨ। ਉਹ ਰਸਾਲੇ ਵਿੱਚ ਨੌਕਰੀ ਕਰਦਿਆਂ ਕਦੀ ਵੀ ਸੱਚ ਬੋਲਣੋਂ ਨਹੀਂ ਡਰੇ। ਵੱਡੀ ਤੇ ਵੱਡੀ ਮੁਸੀਬਤ ਸਮੇਂ ਉਹ ਹਮੇਸ਼ਾ ਅਡੋਲ ਹੀ ਰਹਿੰਦੇ ਅਤੇ ਨਾ ਹੀ ਉਹਨਾਂ ਦੇ ਕਦੇ ਅਫਸਰਾਂ ਦਾ ਨਜਾਇਜ਼ ਰੋਬ ਬਣਿਆ। ਉਹਨਾਂ ਆਪ ਵੀ ਕਦੀ ਆਪਣੇ ਵਿੱਚ ਅਫਸਰਾਂ ਵਾਲੀ ਬੂ ਨਾ ਆਉਣ ਦਿੱਤੀ। ਉਹ ਹਰ ਇੱਕ ਨਾਲ ਭਰਾਵਾਂ ਵਾਲਾ ਸਲੂਕ ਕਰਦੇ ਸਨ। ਪਰ ਫੌਜੀ ਅਫਸਰਾਂ ਨੂੰ ਆਪ ਦਾ ਅਜਿਹਾ ਵਤੀਰਾ ਪਸੰਦ ਨਹੀਂ ਸੀ। ਉਥੋਂ ਦਾ ਬਹੁਤ ਜ਼ਬਤ ਕੁਝ ਹੋਰ ਤਰ੍ਹਾਂ ਦਾ ਹੁੰਦਾ ਹੈ। ਉਥੋਂ ਦਾ ਡਿਸਿਪਲਿਨ ਕੋਈ ਹੋਰ ਤਰੀਕੇ ਦਾ ਹੁੰਦਾ ਫੌਜਾਂ ਦਾ। ਫੌਜ ਵਿੱਚ ਖੁਸ਼ਾਮਦ ਤੇ ਚੁਗਲੀ ਕਰਨ ਵਾਲਾ ਵਿਅਕਤੀ ਅੰਗਰੇਜ਼ ਅਫਸਰਾਂ ਦੀ ਨਿਗਾਹ ਵਿੱਚ ਛੇਤੀ ਇੱਜ਼ਤ ਪਾ ਕੇ ਤਰੱਕੀ ਕਰ ਜਾਂਦਾ ਸੀ। ਇਸ ਦੇ ਉਲਟ ਨਿਡਰ, ਦਲੇਰ ਤੇ ਸੱਚ ਬੋਲਣ ਵਾਲੇ ਦਾ ਗੁਜ਼ਾਰਾ ਔਖਾ ਹੁੰਦਾ ਸੀ। ਸਵੈਮਾਨ ਤੇ ਸਵੈ ਸਤਕਾਰ ਵਾਲਾ ਬੰਦਾ ਫੌਜੀ ਗੁਲਾਮੀ ਵਿੱਚ ਤੰਗੀ ਮਹਿਸੂਸ ਕਰਨ ਲੱਗ ਜਾਂਦਾ ਸੀ। ਸੁਭਾਅ ਦੀ ਸੁਤੰਤਰਤਾ ਕਾਰਨ ਸਰਦਾਰ ਤੇਜਾ ਸਿੰਘ ਨੂੰ ਫੌਜੀ ਨੌਕਰੀ ਰਾਸ ਆਉਂਦੀ ਪ੍ਰਤੀਤ ਨਹੀਂ ਸੀ ਹੁੰਦੀ। ਉਹਨਾਂ ਦੇ ਸੁਭਾਅ ਨੇ ਅੰਗਰੇਜ਼ ਅਫਸਰਾਂ ਦੇ ਦਿਲਾਂ ਵਿੱਚ ਤੌਖਲਾ ਪੈਦਾ ਕਰ ਦਿੱਤਾ ਸੀ, ਜਿਸ ਤੋਂ ਰਸਾਲੇ ਦੇ ਕਈ ਅੰਗਰੇਜ਼ ਅਫਸਰ ਉਹਨਾਂ ਦੇ ਵੈਰ ਪੈ ਗਏ। ਉਹਨਾਂ ਨੂੰ ਫਸਾਉਣ ਦੀਆਂ ਅੰਦਰ ਖਾਤੇ ਗੋਂਦਾਂ ਹੋਣ ਲੱਗੀਆਂ, ਪਰੰਤੂ ਨੌਜਵਾਨ ਸਰਦਾਰ ਤੇਜਾ ਸਿੰਘ ਨੇ ਆਪਣੀ ਹਿੰਮਤ ਤੇ ਸਿਆਣਪ ਨਾਲ ਕਿਸੇ ਦੀ ਕੋਈ ਚਾਲ ਨਾ ਗਲਣ ਦਿੱਤੀ, ਦਾਲ ਗਲਣ ਨਾ ਦਿੱਤੀ। ਉਹ ਆਪਣੀ ਸਿਆਣਪ, ਮੇਲ ਮਿਲਾਪ ਤੇ ਦੂਰ ਅੰਦੇਸ਼ੀ ਨਾਲ ਸਾਫ਼ ਵੱਜ ਜਾਂਦੇ ਰਹੇ। ਇਸ ਲਈ ਫੌਜੀ ਨੌਕਰੀ ਇਹਨਾਂ ਨੂੰ ਰਾਸ ਨਾ ਆਈ। ਅਸਲ ਵਿੱਚ ਆਪ ਅਜਿਹੀ ਨੌਕਰੀ ਲਈ ਪੈਦਾ ਹੀ ਨਹੀਂ ਸਨ ਹੋਏ। ਅੰਤ ਆਪ ਨੂੰ
ਨੌਕਰੀ ਨੂੰ ਲੱਤ ਮਾਰ ਤੇ 3 ਸਾਲਾਂ ਪਿਛੋਂ ਨਾਮ ਕਟਾ ਕੇ 1902 ਈਸਵੀ ਵਿੱਚ ਘਰ ਆ ਗਏ। ਨੌਕਰੀ ਛੱਡਣ ਦਾ ਇੱਕ ਤਟਫੜ ਕਾਰਨ ਇਹ ਵੀ ਸੀ ਕਿ ਇਹਨਾਂ ਦੇ ਰਸਾਲੇ ਵਿੱਚ ਇੱਕ ਕਤਲ ਹੋ ਗਿਆ। ਕਤਲ ਕਰਨ ਵਾਲੇ ਫੌਜੀ ਨੂੰ ਸਰਦਾਰ ਤੇਜਾ ਸਿੰਘ ਨਾਲ ਬੜਾ ਪਿਆਰ ਸੀ। ਜਦ ਉਸ ਨੂੰ ਫਾਂਸੀ ਦੀ ਸਜ਼ਾ ਹੋਈ ਤਾਂ ਉਸਨੇ ਅੰਤਮ ਇੱਛਾ ਕੇਵਲ ਇਹਨਾਂ ਨੂੰ ਮਿਲਣ ਦੀ ਹੀ ਪ੍ਰਗਟ ਕੀਤੀ। ਇਸ ਉੱਤੇ ਦੂਜੇ ਧੜੇ ਵਾਲਿਆਂ ਨੂੰ ਸ਼ੱਕ ਹੋ ਗਿਆ ਕਿ ਸ਼ੱਕ ਹੋ ਗਈ ਕਿ ਇਹ ਕਤਲ ਜ਼ਰੂਰ ਹੀ ਇਹਨਾਂ ਦੀ ਸ਼ਹਿ ਤੇ ਹੋਇਆ ਹੈ। ਇੰਜ ਅਣਜਾਣੇ ਹੀ ਇਹਨਾਂ ਦੀ ਉੱਥੇ ਦੁਸ਼ਮਣੀ ਪੈਦਾ ਹੋ ਗਈ। ਉਸ ਧੜੇ ਦੇ ਲੋਕ ਇਹਨਾਂ ਨੂੰ ਮਾਰਨ ਦੀਆਂ ਵਿਉਂਤਾਂ ਗੁੰਦਣ ਲੱਗੇ। ਉਸ ਸਮੇਂ ਇਹਨਾਂ ਨੇ ਇੱਕ ਹਤੈਸ਼ੀ ਨੇ ਇਹਨਾਂ ਦੇ ਪਿਤਾ ਜੀ ਨੂੰ ਸੱਦ ਕੇ ਕਿਹਾ ਕਿ ਮੁੰਡੇ ਦਾ ਨਾਂ ਕਟਵਾ ਲਓ, ਅਜਿਹਾ ਨਾ ਹੋਵੇ ਕਿ ਕੋਈ ਨੁਕਸਾਨ ਹੋ ਜਾਵੇ। ਮੈਂ MP ਸਿੰਘ ਵੀਰ ਜੀ ਨੂੰ ਬੇਨਤੀ ਕਰ ਰਿਹਾ ਹਾਂ, ਜੋ ਮੇਰੀ ਗੱਲ ਸੁਣ ਰਹੇ ਹਨ, ਕਿ ਉਹਨਾਂ ਨੂੰ ਮੈਂ WhatsApp ਉੱਪਰ ਜੋ ਫੋਟੋਆਂ ਭੇਜੀਆਂ ਉਹ ਸਕਰੀਨ ਦੇ ਉੱਪਰ ਸ਼ੇਅਰ ਕਰਨ ਦੀ ਕਿਰਪਾ ਕਰ। ਰਸਾਲੇ ਵਿੱਚ ਸਰਦਾਰ ਤੇਜਾ ਸਿੰਘ ਨੇ ਕੇਵਲ 3 ਸਾਲ ਨੌਕਰੀ ਕੀਤੀ। ਉੱਥੇ ਰਹਿੰਦਿਆਂ ਇਹਨਾਂ ਗੱਤਕਾ ਖੇਡਣ ਦੀ ਚੰਗੀ ਮੁਹਾਰਤ ਪੈਦਾ ਕਰ ਲਈ ਤੇ ਥੋੜੇ ਸਮੇਂ ਵਿੱਚ ਹੀ ਗੱਤਕੇ ਦੇ ਕਮਾਲ ਦੇ ਖਿਡਾਰੀ ਬਣ ਗਏ। ਇਹਨਾਂ ਦਾ ਇਹ ਸ਼ੌਕ ਪਿੱਛੋਂ ਵੀ ਚੱਲਦਾ ਰਿਹਾ, ਪਰ ਫਿਰ ਕੋਈ ਮੱਠਾ ਪੈ ਗਿਆ। ਕੁਝ ਸਮਾਂ ਪਾ ਕੇ ਇਹਨਾਂ ਨੂੰ ਇਸ ਦਾ ਪਰਤਾਵਾ ਦੇਣ ਦਾ ਮੌਕਾ ਬਣਿਆ। ਇੱਕ ਦਿਨ ਇਹਨਾਂ ਦੇ ਪਿੰਡ ਦੇ ਇੱਕ ਚੰਗੇ ਖਿਡਾਰੀ ਗੱਭਰੂ ਨੇ ਇਹਨਾਂ ਨੂੰ ਹੱਸਦੇ ਹੱਸਦੇ 2 ਹੱਥ ਕਰਨ ਲਈ ਵੰਗਾਰ ਪਾਈ। ਇਹਨਾਂ ਗੱਤਕਾ ਹੱਥ ਵਿੱਚ ਫੜ ਲਿਆ ਤੇ 2-4 ਹੱਥ ਖੇਡਣ ਲਈ ਉਸ ਦੇ ਸਾਹਮਣੇ ਆ ਗਏ। ਕੁਝ ਚਿਰ ਉਸ ਦੇ ਵਾਰ ਰੋਕਦੇ ਰਹੇ, ਫਿਰ ਇਸ ਜ਼ੋਰ ਨਾਲ ਇੱਕ ਸੱਟ ਉਸ ਦੇ ਗੁੱਟ ਤੇ ਮਾਰੀ ਕਿ ਗੱਤਕਾ ਉਸ ਦੇ ਹੱਥੋਂ ਡਿੱਗ ਪਿਆ। ਜਦੋਂ ਉਸ ਨੂੰ ਗੱਤਕਾ ਮੁੜ ਚੁੱਕਣ ਲਈ ਕਿਹਾ ਗਿਆ ਤਾਂ ਉਸਨੇ ਹੱਥ ਜੋੜ ਦਿੱਤੇ। ਗੱਤਕੇ ਤੋਂ ਬਿਨਾਂ ਆਪ ਪੋਲੋ ਖੇਡਣ ਦਾ ਵੀ ਸ਼ੌਕ ਰੱਖਦੇ ਸੀ। ਰਸਾਲੇ ਵਿੱਚ ਆਪ ਕਰਨਲ ਲੱਖ ਦੇ ਮੁੰਡੇ ਨਾਲ, ਜੋ ਇਹਨਾਂ ਦਾ ਹੀ ਹਾਣੀ ਸੀ, ਹਰ ਰੋਜ਼ ਪੋਲੋ ਖੇਡਣ ਜਾਇਆ ਕਰਦੇ ਸਨ। ਇਸ ਚੀਜ਼ ਨੇ ਇਹਨਾਂ ਨੂੰ ਘੋੜੇ ਦਾ ਚੰਗਾ ਸਵਾਰ ਬਣਾ ਦਿੱਤਾ ਸੀ। ਹਰ ਸ਼ੌਕ ਆਪ ਦਾ ਨੇਜੇਬਾਜ਼ੀ ਤੇ ਤਲਵਾਰ ਦਾ ਖੇਡ ਵੀ ਸੀ। ਨੇਜੇਬਾਜ਼ੀ ਵਿੱਚ ਆਪ ਚੰਗੇ ਨਿਪੁੰਨ ਸਨ। ਘੋੜਾ ਤੇਜ਼ ਭਜਾਉਂਦੇ ਹੋਏ ਵੀ ਕਿਲੇ ਤੇ ਪਏ ਨਿੰਬੂ ਨੂੰ ਕੱਢ ਜਾਂਦੇ ਸਨ। ਕਿਲਾ ਪੁੱਟ ਖੜਨਾ ਤਾਂ ਇੱਕ ਮਾਮੂਲੀ ਗੱਲ ਸੀ। ਬੰਦੂਕ ਤੇ ਵੀ ਆਪ ਚੰਗੇ ਨਿਸ਼ਾਨਚੀ ਸਨ। ਤੇਜਾ ਸਿੰਘ ਕਵਿੰਡ ਵੀ ਮੰਨਿਆ ਪਰਮੰਨਿਆ ਸ਼ਿਕਾਰੀ ਸੀ। ਹਮੇਸ਼ਾ ਜਾਨਵਰ ਨੂੰ ਉਡਾ ਕੇ ਨਿਸ਼ਾਨਾ ਮਾਰਦਾ। ਇੱਕ ਵਾਰ ਤਿਲਿਓਰ ਦੇ ਮੌਸਮ ਵਿੱਚ ਉਸਨੇ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਵਿਧ ਕੇ ਨਿਸ਼ਾਨਾ ਲਗਾਉਣ ਦੀ ਵੰਗਾਰ ਪਾਈ। ਪਹਿਲਾ ਨਿਸ਼ਾਨ ਸਰਦਾਰ ਤੇਜਾ ਸਿੰਘ ਕਵਿੰਡ ਨੇ ਲਿਆ। 7-8 ਉਹਨਾਂ ਨੇ ਮਾਰੇ। ਫਿਰ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਨਿਸ਼ਾਨਾ ਕੀਤਾ। ਕਵਿੰਡ ਨਾਲੋਂ 5-7 ਤਿਲੀਅਰ ਵੱਧ ਮਾਰੇ ਤੇਜਾ ਸਿੰਘ ਜੀ ਨੇ। ਕੁਝ ਸਾਲਾਂ ਬਾਅਦ ਆਪ ਦੇ ਰਸਾਲੇ ਦਾ ਕਮਾਂਡਿੰਗ ਅਫਸਰ ਕਰਨਲ ਲੱਖ ਇਹਨਾਂ ਦੇ ਇਲਾਕੇ ਵਿੱਚ ਆਪਣੇ ਰਸਾਲੇ ਵਿੱਚ ਜਵਾਨਾਂ ਦੀ ਭਰਤੀ ਕਰਨ ਵਾਸਤੇ ਆਇਆ ਤਾਂ ਉਹ ਪਿੰਡ ਰਾਏ ਕਾ ਬੁਰਜ ਦੇ ਫਿਰ ਚੱਕ ਨੰਬਰ 140 ਵੀ ਪਹੁੰਚਿਆ। ਉੱਥੇ ਉਸਨੇ ਆਪ ਨੂੰ ਰਸਾਲੇ ਵਿੱਚ ਮੁੜ ਜਮਾਦਾਰ ਬਣਾ ਕੇ ਲਿਜਾਣ ਦੀ ਪੇਸ਼ਕਸ਼ ਕੀਤੀ, ਪਰ ਆਪ ਨੇ ਨਾ ਮੰਨੇ ਤੇ ਕਿਹਾ ਮੈਂ ਹੁਣ ਇੱਕ ਹੋਰ ਹੀ ਫੌਜ ਵਿੱਚ ਭਰਤੀ ਹੋ ਗਿਆ ਹਾਂ। ਉਸ ਸਮੇਂ ਤੱਕ ਆਪ ਵਿਦਿਆ ਪ੍ਰਚਾਰ, ਅਛੂਤ ਉਦਾਰ, ਦੇਸ਼ ਭਲਾਈ ਤੇ ਕੌਮੀ ਆਜ਼ਾਦੀ ਦੇ ਕੰਮਾਂ ਵਿੱਚ ਜੁਟ ਚੁੱਕੇ ਸਨ। ਦੂਜਾ, ਉਹਨਾਂ ਦਿਨਾਂ ਵਿੱਚ ਸਿੱਖ ਦਾ ਫੌਜ ਵਿੱਚ ਆਦਰ ਸਤਕਾਰ ਘੱਟ ਹੋ ਜਾਣ ਕਾਰਨ ਬਾਬਾ ਕੇਰ ਸਿੰਘ ਪੱਟੀ ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਆਪਣੇ ਇਲਾਕੇ ਵਿੱਚ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣੋਂ ਰੋਕਿਆ ਹੋਇਆ ਸੀ। ਕਰਨਲ ਲੱਖ ਦੇ ਉਚੇਚਾ ਇਹਨਾਂ ਪਾਸ ਜਾਣ ਦਾ ਕਾਰਨ ਇਸ ਭਰਤੀ ਨੂੰ ਖੁਲਵਾਉਣਾ ਵੀ ਸੀ। ਉਹਨੇ ਦਿਨੀ ਹੀ ਜਦੋਂ ਕਰਨਲ ਲੱਖ ਛੁੱਟੀ ਕੱਟਣ ਇੰਗਲੈਂਡ ਗਿਆ ਤਾਂ ਉੱਥੇ ਉਸ ਨੂੰ ਲਾਰਡ ਰਾਬਰਟ ਨੇ ਪ੍ਰੇਰਨਾ ਦਿੱਤੀ ਕਿ ਸਰਦਾਰ ਜਮੀਅਤ ਸਿੰਘ ਦੇ ਇਲਾਕੇ ਵਿੱਚੋਂ ਜਾ ਕੇ ਫੌਜੀ ਭਰਤੀ ਕਰੋ। ਸਰਦਾਰ ਜਮੀਅਤ ਸਿੰਘ ਲਾਰਡ ਰਾਬਰਟ ਦਾ ADC ਰਿਹਾ ਸੀ ਤੇ ਰਿਸ਼ਤੇ ਵਿੱਚ ਸਰਦਾਰ ਤੇਜਾ ਸਿੰਘ ਦਾ ਪੜਦਾਦਾ ਲੱਗਦਾ ਸੀ। ਉਸ ਆਪਣੇ ਸਮੇਂ ਬੜੀ ਬਹਾਦਰੀ ਦਿਖਾਈ ਸੀ ਤੇ ਅੰਗਰੇਜ਼ ਉਸਦੇ ਖਾਨਦਾਨ ਦੇ ਵੱਡੇ ਜਿਹੜੇ ਸਨ ਪ੍ਰਸ਼ੰਸਕ ਸਨ। ਇਸ ਲਈ ਉਸ ਕਰਨਲ ਲੱਖ ਨੂੰ ਉਹਨਾਂ ਦੇ ਇਲਾਕੇ ਵਿੱਚ ਜਾ ਕੇ ਭਰਤੀ ਕਰਨ ਦੀ ਬਾਰ-ਬਾਰ ਤਾਕੀਦ ਕੀਤੀ ਜਾਂਦੀ ਸੀ। ਆਓ ਹੁਣ ਕੌਮੀ ਸੇਵਾ ਦੇ ਬਾਰੇ ਵੀ ਆਪ ਜੀ ਦੇ ਨਾਲ ਗੱਲ ਕਰੀਏ। ਮੈਂ ਬੇਨਤੀ ਕਰਾਂ ਕਿ ਇਹ ਇੱਕ ਲੈਕਚਰ ਦੇ ਅੰਦਰ ਸਰਦਾਰ ਤੇਜਾ ਸਿੰਘ ਸਮੁੰਦਰੀ ਜੀ ਦਾ ਜੀਵਨ ਔਰ ਉਹਨਾਂ ਦੇ ਸੰਘਰਸ਼ ਪੂਰੇ ਹੋਣ ਵਾਲੇ ਨਹੀਂ ਹਨ। ਅੱਜ ਦੇ ਸਮੇਂ ਅੰਦਰ ਜਿੰਨੇ ਹੋ ਸਕਣਗੇ ਮੈਂ ਆਪ ਜੀ ਨਾਲ ਸਾਂਝੀ ਕਰਾਂਗਾ। ਫਿਰ ਅਗਲੀ ਕਲਾਸ ਵਾਸਤੇ ਮੈਂ ਬੇਨਤੀ ਕਰਾਂਗਾ
ਜਿੱਥੇ ਤੱਕ ਕੌਮੀ ਸੇਵਾ ਦੀ ਗੱਲ ਹੈ, 1902 ਵਿੱਚ ਫੌਜ ਦੀ ਨੌਕਰੀ ਛੱਡਣ ਪਿੱਛੋਂ ਸਰਦਾਰ ਤੇਜਾ ਸਿੰਘ ਵਾਪਸ ਆਪਣੇ ਪਿੰਡ ਬੁਰਜ ਰਾਇਕਾ ਆ ਗਏ। ਇਹਨਾਂ ਦਿਨਾਂ ਵਿੱਚ ਹੀ ਇਹਨਾਂ ਦੇ ਪਿਤਾ ਸਰਦਾਰ ਦੇਵਾ ਸਿੰਘ ਨੂੰ ਚੱਕ ਨੰਬਰ 140 ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਵਿੱਚ 5 ਮੁਰੱਬੇ ਜ਼ਮੀਨ ਮਿਲ ਗਈ। ਸਰਦਾਰ ਤੇਜਾ ਸਿੰਘ ਆਪਣੇ ਪਿਤਾ ਨਾਲ ਇਸ ਨਵੀਂ ਥਾਂ ਪਹੁੰਚੇ ਤੇ ਜ਼ਮੀਂਦਾਰੀ ਦਾ ਕੰਮ ਆਰੰਭ ਦਿੱਤਾ। ਬੜੀ ਮਿਹਨਤ ਨਾਲ ਨਵੀਂ ਜ਼ਮੀਨ ਆਬਾਦ ਕਰਨੀ ਸ਼ੁਰੂ ਕੀਤੀ। ਇਸ ਅਰਸੇ ਵਿੱਚ ਆਪ ਕਦੇ-ਕਦੇ ਪਹਿਲੇ ਪਿੰਡ ਰਾਇਕਾ ਬੁਰਜ ਵੀ ਹੋ ਆਇਆ ਕਰਦੇ ਸਨ। ਇਹਨਾਂ ਦਿਨਾਂ ਵਿੱਚ ਸਿੰਘਾਂ ਵਿੱਚ ਸਿੰਘ ਸਭਾ ਲਹਿਰ ਚੱਲੀ ਹੋਈ ਸੀ ਤੇ ਸਿੱਖ ਬ੍ਰਾਹਮਣੀ ਸੰਸਕਾਰਾਂ ਨਾਲ ਭਰੇ ਹਿੰਦੂ ਧਰਮ ਵਿੱਚੋਂ ਨਿਕਲਣ ਦੇ ਆਰ ਵੀ ਸਨ। ਹਿੰਦੂਆਂ ਵਿੱਚ ਮੁਕਾਬਲੇ ਦੀ ਲਹਿਰ ਆਰਿਆ ਸਮਾਜ ਸੀ। ਦੂਜੇ ਪਾਸੇ ਮੁਸਲਮਾਨਾਂ ਵਿੱਚ ਇਸਲਾਮੀ ਧਰਮ ਦੇ ਪ੍ਰਚਾਰ ਦੀ ਲਹਿਰ ਜ਼ੋਰਾਂ ਤੇ ਸੀ ਅਤੇ ਈਸਾਈ ਪਾਦਰੀ ਆਪਣੀ ਥਾਂ ਤੇ ਲੋਕਾਂ ਨੂੰ ਈਸਾਈ ਬਣਾਉਣ ਉੱਪਰ ਤੁਲੇ ਹੋਏ ਸਨ। ਪੰਜਾਬ ਵਿੱਚ ਅਜਬ ਤਰ੍ਹਾਂ ਦੀ ਮਜ਼ਹਬੀ ਖਿੱਚੋਤਾਣ ਚੱਲ ਰਹੀ ਸੀ। ਸਰਦਾਰ ਤੇਜਾ ਸਿੰਘ ਵਰਗੇ ਹਿੰਮਤੀ ਅਤੇ ਸੇਵਾ ਭਾਵ ਵਾਲੇ ਆਦਮੀ ਲਈ ਘਰ ਵਿੱਚ ਵਿਹਲਾ ਬਹਿ ਰਹਿਣਾ ਸੰਭਵ ਨਹੀਂ ਸੀ। ਆਪ ਸਕਰੀਨ ਦੇ ਉੱਪਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਦੇਖ ਰਹੇ ਹੋ, ਜਿੱਥੇ ਸ਼੍ਰੋਮਣੀ ਕਮੇਟੀ ਦਾ ਅੱਜਕੱਲ ਹੈੱਡਕੁਆਟਰ ਹੈ। ਪੰਥਕ ਕੰਮਾਂ ਲਈ ਉਹਨਾਂ ਦੇ ਦਿਲ ਵਿੱਚ ਲਗਨ ਤਾਂ ਪਹਿਲੇ ਹੀ ਸੀ। ਪੰਜਾਬ ਵਿੱਚ ਚੱਲ ਰਹੀ ਮਜ਼ਹਬੀ ਖਿੱਚੋਤਾਣ ਨੇ ਇਸ ਨੂੰ ਹੋਰ ਵੀ ਤੇਜ਼ ਕਰ ਦਿੱਤਾ। ਸਿੰਘ ਸਭਾ ਲਹਿਰ ਦੇ ਮੁੱਢਲੇ ਦਿਨਾਂ ਵਿੱਚ ਖਾਲਸਾ ਦੀਵਾਨ ਲਾਹੌਰ ਨੇ ਬਹੁਤ ਕੰਮ ਕੀਤਾ, ਪਰ 1898 ਵਿੱਚ ਭਾਈ ਗੁਰਮੁਖ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਪਿੱਛੋਂ ਅਤੇ 1901 ਵਿੱਚ ਗਿਆਨੀ ਦੇਸ ਸਿੰਘ ਜੀ ਦੇ ਅਕਾਲ ਚਲਾਣਾ ਹੋ ਜਾਣ ਪਿੱਛੋਂ ਇਹ ਦੀਵਾਨ ਬਹੁਤ ਢਿੱਲਾ ਪੈ ਗਿਆ। ਇਸ ਅਰਸੇ ਵਿੱਚ ਖਾਲਸਾ ਦੀਵਾਨ ਅੰਮ੍ਰਿਤਸਰ ਨੇ ਸਰਦਾਰ ਸੁੰਦਰ ਸਿੰਘ ਮਜੀਠਾ ਦੀ ਅਗਵਾਈ ਹਾਸਲ ਕਰ ਲਈ ਤੇ ਉਹਨਾਂ ਦੇ ਯਤਨਾਂ ਸਦਕਾ 1902 ਵਿੱਚ ਅੰਮ੍ਰਿਤਸਰ ਵਿੱਚ ਹੋਏ 94 ਸਿੱਖਾਂ ਦੇ ਇੱਕ ਇਕੱਠ ਵਿੱਚ ਚੀਫ ਖਾਲਸਾ ਦੀਵਾਨ ਦੀ ਨੀਂਹ ਰੱਖੀ ਗਈ। ਕੁਝ ਚਿਰ ਪਿੱਛੋਂ 1908 ਵਿੱਚ ਇਸ ਦੀ ਸਿੱਖ ਵਿਦਿਅਕ ਕਮੇਟੀ ਬਣੀ, ਜਿਸ ਨੇ ਵਿਦਿਅਕ ਕਾਨਫਰੰਸਾਂ ਕਰਕੇ ਸਾਰੇ ਪੰਜਾਬ ਵਿੱਚ ਸਕੂਲ ਖੋਲੇ ਤੇ ਵਿਦਿਆ ਤੇ ਪ੍ਰਚਾਰ ਦਾ ਬੀੜਾ ਚੁੱਕੀ ਰੱਖਿਆ। ਇੰਜ ਚੀਫ ਖਾਲਸਾ ਦੀਵਾਨ ਦੀ ਸ਼ਾਖ ਬਹੁਤ ਛੇਤੀ ਵੱਧ ਗਈ। ਖਾਲਸਾ ਦੀਵਾਨ ਲਾਹੌਰ ਤੇ ਖਾਲਸਾ ਦੀਵਾਨ ਅੰਮ੍ਰਿਤਸਰ ਦੀ ਰੀਸ ਵਿੱਚ 20ਵੀਂ ਸਦੀ ਤੇ ਸ਼ੁਰੂ ਹੋਣ ਤੱਕ ਇਲਾਕਾਈ ਦੀਵਾਨ ਦੀ ਕਈ ਥਾਵਾਂ ਉੱਤੇ ਬਣ ਚੁੱਕੇ ਸਨ। ਇਹਨਾਂ ਵਿੱਚੋਂ ਇੱਕ ਖਾਲਸਾ ਦੀਵਾਨ ਸਮੁੰਦਰੀ ਤੇ ਦੂਜਾ ਖਾਲਸਾ ਦੀਵਾਨ ਲਾਇਲਪੁਰ ਸੀ। ਸਰਦਾਰ ਤੇਜਾ ਸਿੰਘ ਸਮੁੰਦਰੀ ਇਹਨਾਂ ਦੋਹਾਂ ਦੀਵਾਨਾਂ ਦੇ ਉੱਘੇ ਮੈਂਬਰ ਸਨ ਅਤੇ ਇਹਨਾਂ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸਨ। ਇਹਨਾਂ ਦੀਵਾਨਾਂ ਦਾ ਮਨੋਰਥ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਸੱਚੇ ਤੇ ਸੁੱਚੇ ਗੁਰਸਿੱਖਾਂ ਵਾਲਾ ਜੀਵਨ ਬਤੀਤ ਕਰਨ ਲਈ ਤਿਆਰ ਕਰਨਾ ਤੇ ਨਾਲ ਹੀ ਵਿਦਿਆ ਦੇ ਫੈਲਾਅ ਲਈ ਸਕੂਲ ਆਦਿ ਖੋਲ੍ਹਣੇ ਸਨ। ਕੁਝ ਚਿਰ ਪਿੱਛੋਂ ਬਾਹਰ ਦੇ ਅੱਡ-ਅੱਡ ਦੀਵਾਨਾਂ ਨੂੰ ਮਿਲਾ ਕੇ ਇੱਕ ਵੱਡੀ ਸੰਸਥਾ ਚੀਫ ਖਾਲਸਾ ਦੀਵਾਨ ਬਾਹਰ ਬਣਾ ਦਿੱਤੀ ਗਈ। ਇਸ ਨੂੰ ਸ਼ਕਲ ਦੇਣ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਚੋਖਾ ਹੱਥ ਸੀ। ਆਪਣੇ ਇਲਾਕੇ ਦੇ ਹੋਰ ਪ੍ਰਬੰਧਕਾਂ ਨਾਲ ਮਿਲ ਕੇ ਇਸ ਸੰਸਥਾ ਰਾਹੀਂ ਬਾਹਰ ਦੇ ਇਲਾਕੇ ਵਿੱਚ ਵਿਦਿਅਕ ਆਸ਼ਰਮ ਖੋਲ੍ਹਣ, ਸਮਾਜਿਕ ਕੁਰੀਤੀਆਂ ਦੂਰ ਕਰਨ ਤੇ ਉੱਚੇ ਸਿੱਖ ਆਦਰਸ਼ ਪ੍ਰਚਾਰਨ ਦਾ ਬਹੁਤ ਕੰਮ ਕੀਤਾ। ਉਦੋਂ ਆਪ ਸਾਰੇ ਪੰਥਕ ਸਮਾਗਮਾਂ ਅਤੇ ਕਾਨਫਰੰਸ ਤੇ ਪਹੁੰਚਦੇ ਅਤੇ ਜੋ ਵੀ ਸੇਵਾ ਆਪ ਨੂੰ ਦਿੱਤੀ ਜਾਂਦੀ ਬੜੀ ਤਨਦੇਹੀ ਨਾਲ ਆਪ ਜੀ ਕਰਦੇ। ਹੌਲੀ-ਹੌਲੀ ਆਪ ਦੀ ਮਾਨਤਾ ਸਭ ਥਾਂ ਹੋਣ ਲੱਗੀ ਅਤੇ ਲੋਕ ਆਪ ਨੂੰ ਅਤੀ ਸੁਹਿਰਦ ਪੰਥ ਸੇਵਕ ਕਰਕੇ ਜਾਣ ਲੱਗ ਪਏ। ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਸੰਬੰਧ 4 ਵਿਦਿਅਕ ਆਸ਼ਰਮ ਨਾਲ ਅਟੁੱਟ ਰੂਪ ਵਿੱਚ ਜੁੜਿਆ ਰਿਹਾ। ਇੱਕ ਸੀ ਖਾਲਸਾ ਹਾਈ ਸਕੂਲ ਲਾਇਲਪੁਰ, ਦੂਸਰਾ ਬਾਹਰ ਖਾਲਸਾ ਹਾਈ ਸਕੂਲ ਚੱਕ 41, ਖਾਲਸਾ ਮਿਡਲ ਸਕੂਲ ਚੱਕ 140 ਅਤੇ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਸਰਹਾਲੀ। ਖਾਲਸਾ ਹਾਈ ਸਕੂਲ ਲਾਇਲਪੁਰ ਦੀ ਨੀਂਹ 1908 ਈਸਵੀ ਵਿੱਚ ਸੰਤ ਅਤਰ ਸਿੰਘ ਜੀ ਮਸਤੂਆਣਾ ਨੇ ਰੱਖੀ ਸੀ। ਇੱਕ ਖਾਲਸਾ ਕਾਲਜ ਅੰਮ੍ਰਿਤਸਰ ਸੀ ਤੇ ਦੂਜਾ ਖਾਲਸਾ ਹਾਈ ਸਕੂਲ ਗੁਜਰਾਂਵਾਲਾ। ਲਾਇਲਪੁਰ ਦਾ ਖਾਲਸਾ ਹਾਈ ਸਕੂਲ ਤੀਜਾ ਪੰਥਕ ਆਸ਼ਰਮ ਸੀ। ਇਸ ਦੇ ਖੋਲ੍ਹਣ ਦਾ ਸੁਝਾਅ ਮਾਸਟਰ ਤਾਰਾ ਸਿੰਘ ਜੀ ਨੇ ਦਿੱਤਾ। ਉਹ ਲਿਖਦੇ ਹਨ ਕਿ ਆਰਿਆ ਸਮਾਜੀ ਲਾਇਲਪੁਰ ਵਿੱਚ ਹਾਈ ਸਕੂਲ ਖੋਲ੍ਹਣ ਦਾ ਯਤਨ ਕਰ ਰਹੇ ਸਨ। ਇਸ ਕਰਕੇ ਅਸਾਂ ਤਿੰਨਾਂ ਮਾਸਟਰ ਬਿਸ਼ਨ ਸਿੰਘ, ਮਾਸਟਰ ਸੁੰਦਰ ਸਿੰਘ ਤੇ ਮਾਸਟਰ ਤਾਰਾ ਸਿੰਘ ਨੇ ਸਲਾਹ ਕਰਕੇ ਖਾਲਸਾ ਦੀਵਾਨ ਬਾਹਰ ਨੂੰ 1 ਸਾਲ ਲਈ 15-15 ਰੁਪਏ ਮਹੀਨਾ ਲੈ ਕੇ ਕੰਮ ਕਰਨ ਲਈ ਲਿਖ ਦਿੱਤਾ ਜੇ ਉਹ ਹਾਈ ਸਕੂਲ ਖੋਲ੍ਹਣ। ਜਦੋਂ ਇਹ ਪੇਸ਼ਕਸ਼
ਖਾਲਸਾ ਦੀਵਾਨ ਬਾਹਰ ਪਾਸ ਪਹੁੰਚੀ ਤਾਂ ਉਹਨਾਂ ਨੇ ਇਸ ਦਾ ਸਵਾਗਤ ਕੀਤਾ ਅਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਤੇ ਹੋਰਨਾਂ ਪਤਵੰਤਿਆਂ ਦੇ ਨਾਲ ਉਦਮ ਨਾਲ ਸਕੂਲ ਖੋਲ੍ਹਣ ਦੀ ਵਿਉਂਤ ਸਿਰੇ ਚੜ ਗਈ। ਮਾਸਟਰ ਤਾਰਾ ਸਿੰਘ ਨੂੰ ਇਸ ਸਕੂਲ ਦਾ ਸ਼ੁਰੂ ਤੋਂ ਹੀ ਹੈਡਮਾਸਟਰ ਥਾਪ ਦਿੱਤਾ ਗਿਆ ਸੀ। ਖਾਲਸਾ ਸਕੂਲ ਲਾਇਲਪੁਰ ਨੂੰ ਸ਼ੁਰੂ ਵਿੱਚ ਮਾਲੀ ਔਕੜਾਂ ਬਹੁਤ ਆਈਆਂ। ਮਾਇਆ ਦੀ ਕਮੀ ਨੂੰ ਪੂਰਾ ਕਰਨ ਲਈ ਸਕੂਲ ਦੀ ਉਗਰਾਹੀ ਦਾ ਕੰਮ ਕਮੇਟੀ ਵਿੱਚੋਂ 3 ਮੈਂਬਰਾਂ ਨੇ ਚੁੱਕ ਲਿਆ। ਇਹਨਾਂ ਵਿੱਚੋਂ ਇੱਕ ਸਰਦਾਰ ਤੇਜਾ ਸਿੰਘ ਸਮੁੰਦਰੀ ਸਨ, ਦੂਜੇ ਸਰਦਾਰ ਬਿਸ਼ਨ ਸਿੰਘ ਸਿੰਘਪੁਰੀਆ ਤੇ ਤੀਜੇ ਸਰਦਾਰ ਸੁੰਦਰ ਸਿੰਘ ਭੁੱਲਰ। ਚੱਕ ਨੰਬਰ 213 ਇਹਨਾਂ ਦੀ ਸਹਾਇਤਾ ਲਈ ਜਮਾਦਾਰ ਸਾਧੂ ਸਿੰਘ, ਬਾਬੂ ਤ੍ਰਿਪਤ ਸਿੰਘ ਤੇ ਸਰਦਾਰ ਹਰੀ ਸਿੰਘ ਚੱਕ 41 ਤੇ ਸਰਦਾਰ ਹਰਚੰਦ ਸਿੰਘ ਵੀ ਜਦੋਂ ਲੋੜ ਪੈਂਦੀ ਉੱਠ ਖਲੋਂਦੇ। ਮਾਸਟਰ ਤਾਰਾ ਸਿੰਘ ਜੀ ਤਾਂ ਅਕਸਰ ਨਾਲ ਹੋਇਆ ਹੀ ਕਰਦੇ ਸਨ। ਸਰਦਾਰ ਤੇਜਾ ਸਿੰਘ ਸਮੁੰਦਰੀ ਨਾ ਕੇਵਲ ਉਗਰਾਹੀ ਕਰਨ ਵਿੱਚ ਹਿੱਸਾ ਪਾਉਂਦੇ ਸਨ, ਸਗੋਂ ਆਪਣੇ ਪੱਲਿਓਂ ਵੀ ਬਹੁਤ ਕੁਝ ਦਿੰਦੇ ਰਹਿੰਦੇ ਸਨ। ਇਸ ਸਕੂਲ ਦੇ ਖੁੱਲ੍ਹਣ ਨਾਲ ਇੱਥੇ ਕੌਮ ਹਿਤੈਸ਼ੀ ਮਿੱਤਰਾਂ ਦਾ ਇੱਕ ਚੰਗਾ ਟੋਲਾ ਬਣ ਗਿਆ, ਜਿਸ ਨੂੰ ਪਿੱਛੋਂ ਜਾ ਕੇ ਲਾਇਲਪੁਰ ਗਰੁੱਪ ਕਿਹਾ ਜਾਣ ਲੱਗ ਪਿਆ। ਇਸ ਗਰੁੱਪ ਨੇ ਸਰਦਾਰ ਤੇਜਾ ਸਿੰਘ ਸਮੁੰਦਰੀ ਤੋਂ ਬਿਨਾਂ ਮਾਸਟਰ ਤਾਰਾ ਸਿੰਘ, ਮਾਸਟਰ ਸੁੰਦਰ ਸਿੰਘ, ਪ੍ਰੋਫੈਸਰ ਨਿਰੰਜਨ ਸਿੰਘ, ਸਰਦਾਰ ਹਰਚੰਦ ਸਿੰਘ ਅਤੇ ਜਥੇਦਾਰ ਬੂਟਾ ਸਿੰਘ ਵਰਗੇ ਸੂਝਵਾਨ ਲੀਡਰ ਪੈਦਾ ਕੀਤੇ। ਲਾਇਲਪੁਰ ਦਾ ਖਾਲਸਾ ਹਾਈ ਸਕੂਲ ਬਣਾਉਣ ਪਿੱਛੋਂ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਪ੍ਰੇਰਣਾ ਨਾਲ ਚੱਕ ਨੰਬਰ 140 ਵਿੱਚ ਖਾਲਸਾ ਮਿਡਲ ਸਕੂਲ, ਚੱਕ ਨੰਬਰ 41 ਵਿੱਚ ਬਾਹਰ ਖਾਲਸਾ ਹਾਈ ਸਕੂਲ ਅਤੇ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਖੋਲ੍ਹੇ ਗਏ। ਸਰਦਾਰ ਤੇਜਾ ਸਿੰਘ ਸਮੁੰਦਰੀ ਇਹਨਾਂ ਚੌਹਾਂ ਵਿਦਿਅਕ ਆਸ਼ਰਮਾਂ ਦੀ ਜਿੰਦ ਜਾਨ ਸਨ। ਚੱਕ ਨੰਬਰ 140 ਆਪ ਦਾ ਪਿੰਡ ਸੀ, ਸੋ ਇਸ ਪਿੰਡ ਦੇ ਸਕੂਲ ਦਾ ਸਾਰਾ ਖਰਚ ਇਹ ਆਪ ਹੀ ਦਿਆ ਕਰਦੇ ਸਨ। ਇਹਨਾਂ ਨੂੰ ਵਿਦਿਆ ਨਾਲ ਇੰਨਾ ਪ੍ਰੇਮ ਸੀ ਕਿ ਕਈ ਵਾਰੀ ਅਧਿਆਪਕਾਂ ਨੂੰ ਤਨਖਾਹ, ਰੋਟੀ ਤੇ ਕੱਪੜੇ ਲਈ 3-3 ਮਹੀਨੇ ਦੀ ਪੇਸ਼ਗੀ ਆਪਣੇ ਪੱਲਿਓਂ ਹੀ ਦੇ ਦਿੰਦੇ ਸਨ। ਚੱਕ ਨੰਬਰ 41 ਵਾਲੇ ਸਕੂਲ ਦੀ ਵੀ ਇਹਨਾਂ ਨੇ ਚੋਖੀ ਸਹਾਇਤਾ ਕੀਤੀ। ਸਰਹਾਲੀ ਦਾ ਸਕੂਲ ਬਾਬਾ ਕੇਰ ਸਿੰਘ ਪੱਟੀ ਦੀ ਸਹਾਇਤਾ ਨਾਲ ਖੜਾ ਹੋਇਆ। ਇਸ ਸਕੂਲ ਦਾ ਸਾਰਾ ਪ੍ਰਬੰਧ ਆਪ ਦੇ ਜ਼ਿੰਮੇ ਹੀ ਸੀ। ਆਪਣੇ ਅੰਤਲੇ ਸਮੇਂ ਤੱਕ ਆਪ ਇਸ ਸਕੂਲ ਦੇ ਮੈਨੇਜਰ ਰਹੇ। 1906 ਈਸਵੀ ਤੋਂ ਪਹਿਲਾਂ ਸਿੱਖ ਵਧੇਰੇ ਕਰਕੇ ਅੰਗਰੇਜ਼ਾਂ ਦੇ ਹੱਕ ਵਿੱਚ ਸਨ। ਇਸ ਸਾਲ ਬੰਗਾਲ ਵਿੱਚ ਬੰਗਾਲ ਦੀ ਵੰਡ ਦੇ ਵਿਰੁੱਧ ਇੱਕ ਬਹੁਤ ਵੱਡੀ ਲਹਿਰ ਚੱਲੀ ਤੇ ਇਹ ਲਹਿਰ ਵਿਦੇਸ਼ੀਆਂ ਮਾਲ ਤੇ ਬਾਈਕਾਟ ਤੇ ਸੁਦੇਸ਼ੀ ਵਸਤਾਂ ਦੇ ਹੱਕ ਵਿੱਚ ਹੋ ਗਈ। ਇਹ ਜੋ ਲਹਿਰ ਹੈ, ਇਸ ਦੀ ਜੋ ਚਰਚਾ ਹੈ ਔਰ ਹੋਰ ਜਿਹੜੇ ਮੋਰਚੇ ਲੱਗੇ ਉਹਨਾਂ ਵਿੱਚ ਸਰਦਾਰ ਤੇਜਾ ਸਿੰਘ ਜੀ ਨੇ ਕੀ ਯੋਗਦਾਨ ਪਾਇਆ, ਉਹ ਮੈਂ ਅਗਲੇ ਵਿਚਾਰ ਵਿੱਚ ਆਪ ਜੀ ਨਾਲ ਸਾਂਝਾ ਕਰਾਂਗਾ। ਤੋ ਅੱਜ ਦੀ ਵਿਸ਼ਰਾਮ ਨੂੰ ਇੱਥੇ ਡਿਸਕਸ਼ਨ ਨੂੰ ਮੈਂ ਵਿਸ਼ਰਾਮ ਦਿੰਦਾ ਹਾਂ ਔਰ ਵਿਚਾਰ ਕਰਦਿਆਂ ਹੋਇਆਂ ਗਲਤੀਆਂ ਭੁੱਲਾਂ ਦੀ ਆਪ ਪਾਸੋਂ ਹੱਥ ਜੋੜ ਕੇ ਖਿਮਾ ਮੰਗਦਾ ਹਾਂ। ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।